सतनाम श्री वाहिगुरु साहिब जी। दोहरा इस प्रकार कह सतगुरु सदन प्रवेशे जाए। बहुर सभा मह थिर भये मिले सिख समुदाय। वाहिगुरु जी का खालसा वाहिगुरु जी की फतेह। जुगो जुग अटल दसां पातशाहियां दी आत्मक जागदी जोत। बाणी गुरु गुरु है बाणी विच बाणी अमृत सारे। गुरबाणी कहे सेवक जन मानै परतख गुरु निस्तारे। आदि गुरु सतगुरु श्री गुरु ग्रंथ साहिब जी महाराज गरीब नवाज जी दे पावन पवित्र चरण कमलां अंदर सज बैठी जुड़ बैठी गुरु स्वरूप गुरु खालसा साध संगत जीओ धनता दे पात्र हो। नेता प्रति साहिब नौवें पातशाह दे पावन पवित्र सचखंड दरबार अंदर हाजरियां भर के साहिबे कमाल पंथ दे वाली सरबंस दानी चिट्टियां बाजां वाले शमशेरे बहादुर देव और तेग के धनी वालिए दो जहान सतगुरु श्री गुरु गोबिंद सिंह साहिब जी महाराज जी दे पवित्र पावन इतिहास की लड़ीवार कथा बहुत ही अदब सत्कार ते शरदा सहित आप जी सरवण कर रहे। पातशाह ने श्री जपजी साहब का महात्म श्री जपजी साहब की महिमा प्रगट करके सिखां नूं सरवण करवाई है। सिख दे जीवन की प्रारंभता श्री जपजी तो हुंदी है और इहदे जीवन का अंत भी श्री जपजी साहब नाल ही हुंदा है। जिहड़े गुरमुख गुरसिख नेता प्रति श्री जपजी साहब की पावन अमृतमई बाणी नूं जपदे हन पढ़दे ने सुणदे ने वो साहिब दे स्वरूप विच जाके अभेद हुंदे ने एकमिक हुंदे हन। गरीब नवाज पातशाह जी ने हुण अगे होर अमृत बचन कीते ने संगत नूं सरवण कराए ने खालसे नूं सरवण कराए ने। 4 बजर कुरैतां विचों एक बजर कुरैत है जगत झूठ दी वरतों। जगत झूठ तंबाकू दा सेवन ओदे परथाए गरीब नवाज कलगीधर जी अज दे अमृत बचन सरवण करा रहे ने। आओ कुछ समय लई पंथ वाली सतगुरां दे पावन चरनां नाल सुरतियां बिरतियां जोड़िए। जिथे शरीर करके तन करके हाजरियां भर रहे हो उथे अपनियां सुरतियां दी हाजरी महाराज जी दे चरनां च लवाओ। गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा इस प्रकार कह सतगुरु सदन प्रवेशे जाए। इस तरह जपजी साहब की वड्डी भारी महिमा संगत नूं ਸਿੰਘਾਂ नूं सरवण करवा के कलगीधर पातशाह जी महाराज जी दीवान की समाप्ति करके अपने महलों विच साहिब जी ने निवास किया है। बहुर सभा मह थिर भये मिले सिख समुदाय। अगले दिन फिर महाराज जी का दीवान सजिया। सजे हुए दीवान विच कलगीधर स्वामी जी ने आके अपने खालसे नूं 52 कवियां नूं
ਸੂਰਮਿਆਂ ਬਹਾਦਰਾਂ ਯੋਧਿਆਂ ਨੂੰ, ਗੁਰਸਿੱਖ ਸੰਗਤਾਂ ਨੂੰ ਆਪਣੇ ਦਰਸ਼ਨ ਦਿਦਾਰੇ ਦਿੱਤੇ ਹਨ। ਭਲਕ ਭਇਓ ਸਤਿਗੁਰ ਸਭਾ ਸਿੱਖ ਸੰਗਤ ਕੀ ਭੀੜ। ਜਦੋਂ ਭਲਕ ਦਾ ਮਤਲਬ ਹੁੰਦਾ ਦਿਨ ਚੜਿਆ, ਲੋ ਲੱਗ ਗਈ, ਤਾਂ ਉਸ ਬਹੁਤ ਸਾਰੀਆਂ ਸਿੱਖ ਸੰਗਤਾਂ ਦੀ ਭੀੜ ਇਕੱਠ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਵਿੱਚ ਹੋਇਆ। ਸੰਗਤਾਂ ਦੀਆਂ ਰੌਣਕਾਂ ਲੱਗੀਆਂ ਹਨ। ਹਾਥ ਜੋਰ ਸਤਿਗੁਰ ਪੁੱਛੇ ਸੁਲਤਾਨੀ ਸਿੱਖ ਵੀਰ। ਇੱਕ ਮੁਲਤਾਨ ਤੋਂ ਕੁਝ ਸਿੱਖ ਆਏ ਨੇ ਸਤਿਗੁਰਾਂ ਦੇ ਦਰਸ਼ਨਾਂ ਨੂੰ। ਉਹਨਾਂ ਨੇ ਹੱਥ ਜੋੜ ਕੇ ਕਲਗੀਧਰ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਪੁੱਛਦਿਆਂ ਕਹਿਣ ਲੱਗੇ, ਦੋਏ ਭਰਾਤ ਕੋ ਉਮਗਤਾ ਖਤਰੀ ਤਨ ਸੁਲਤਾਨ। ਮੁਲਤਾਨ ਤੋਂ ਦੋ ਭਰਾ ਆਏ ਨੇ। ਇਹਨਾਂ ਦਾ ਸਰੀਰ ਜਿਹੜਾ ਉਹ ਸੁਲਤਾਨੀ, ਯਾਨੀ ਕਿ ਇਹ ਪਹਿਲਾਂ ਸੁਲਤਾਨੀਏ ਦੇ ਚੇਲੇ ਸਨ। ਸਖੀ ਸਰਵਰ ਸੁਲਤਾਨੀਆਂ ਜਿਹਨੂੰ ਕਹਿੰਦੇ ਆ, ਉਹਦੇ ਚੇਲੇ ਸਨ। ਪਰ ਹੁਣ ਸਤਿਗੁਰਾਂ ਦੀ ਸਿੱਖੀ ਇਹਨਾਂ ਨੇ ਧਾਰਨ ਕੀਤੀ ਹੈ। ਦੋਨਾਂ ਨੇ ਆ ਕੇ ਕਲਗੀਧਰ ਜੀ ਦੇ ਚਰਨਾਂ ਵਿੱਚ ਬੜੇ ਚਾਅ ਨਾਲ ਦਰਸ਼ਨ ਦਿਦਾਰੇ ਕੀਤੇ ਨੇ। ਖੱਤਰੀਆਂ ਦੇ ਘਰਾਂ ਵਿੱਚ ਇਹਨਾਂ ਦਾ ਜਨਮ ਹੋਇਆ ਹੈ। ਪਾੜੇ ਸੰਗਤ ਸੁਵਨ ਦੋ ਕਹੈ ਤਮਾਕੂ ਕਾਨ। ਇਹ ਪਾੜੇ ਕਿਹਾ ਜਾਂਦਾ ਸੀ ਮੁਲਤਾਨ ਦੇ ਇਲਾਕੇ 'ਚ, ਇਹਨਾਂ ਨੂੰ ਪਾੜੇ ਬੋਲਦੇ। ਪਾੜੇ ਕਿਉਂ ਕਹਿੰਦੇ ਸੀ? ਵੀ ਪੜ੍ਹੇ ਲਿਖੇ ਸੀ। ਆਮ ਕਰਕੇ ਪਿੰਡਾਂ ਨਗਰਾਂ ਦੇ ਵਿੱਚ ਜਦੋਂ ਕਿਸੇ ਸਮੇਂ ਪੜ੍ਹਾਈ ਦਾ ਮਾਹੌਲ ਕੋਈ ਬਹੁਤਾ ਨਹੀਂ ਸੀ ਹੁੰਦਾ ਤੇ ਕੋਈ ਵਿਰਲਾ ਚੁਰਲਾ ਪੜ੍ਹਿਆ ਹੁੰਦਾ ਸੀ, ਉਹਨੂੰ ਕਹਿ ਦਿੰਦੇ ਪਾੜਾ ਹੈ, ਯਾਨੀ ਕਿ ਪੜ੍ਹਿਆ ਲਿਖਿਆ। ਇਹ ਦੋਵੇਂ ਭਰਾ ਬੜੇ ਪੜ੍ਹੇ ਲਿਖੇ ਸਨ। ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਇਹਨਾਂ ਨੇ ਬੇਨਤੀ ਕਰਕੇ ਪੁੱਛਿਆ, ਮਹਾਰਾਜ ਜੀ ਤਮਾਕੂ ਦੀ ਮਨਾਹੀ ਕਿਉਂ ਕੀਤੀ ਜਾਂਦੀ ਹੈ? ਆਪ ਜੀ ਨੇ ਖਾਲਸੇ ਨੂੰ ਖੰਡੇ ਦੀ ਪੌਲ ਛਕਾਈ ਹੈ। 4 ਬੱਜਰ ਕੁਰੈਤਾਂ ਦੱਸੀਆਂ ਵੀ ਇਹਦੇ ਤੋਂ ਖਾਲਸੇ ਨੇ ਬਚ ਕੇ ਰਹਿਣਾ, ਤੇ ਉਹਦੇ ਵਿੱਚ ਇੱਕ ਮਹਾਰਾਜ ਜੀ ਤਮਾਕੂ ਦੀ ਵਰਤੋਂ, ਜਗਤ ਜੂਠ ਦੀ ਵਰਤੋਂ ਦੀ ਗੱਲ ਆਉਂਦੀ ਹੈ। ਮਹਾਰਾਜ ਭਲਾ ਤਮਾਕੂ ਦਾ ਮਨਾਹੀ ਕਿਉਂ ਕੀਤੀ ਜਾਂਦੀ, ਇਸ ਜਗਤ ਜੂਠ ਦੀ ਮਨਾਹੀ ਕਿਉਂ ਕੀਤੀ ਜਾਂਦੀ, ਇਹਦੇ ਬਾਰੇ ਆਪ ਜੀ ਕਿਰਪਾ ਕਰਕੇ ਸਾਨੂੰ ਚਾਨਣਾ ਪਾ ਕੇ ਸਮਝਾਓ। ਜਦੋਂ ਏਦਾਂ ਇਹਨਾਂ ਸਿੰਘਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਇਹਨਾਂ ਦੀ ਬੇਨਤੀ ਸੁਣ ਕੇ ਕਲਗੀਧਰ ਸੁਆਮੀ ਜੀ ਬੋਲੇ, ਸ਼੍ਰੀ ਸਤਿਗੁਰ ਬੋਲਤ ਪਏ ਮੇਰੀ ਬਾਤ ਪ੍ਰਤੀਤ। ਮਹਾਰਾਜ ਜੀ ਬੋਲੇ, ਕਹਿਣ ਲੱਗੇ, ਸਿੰਘੋ ਜਿਹੜੇ ਬਚਨ ਅਸੀਂ ਕਰਾਂਗੇ ਇਹਨਾਂ ਬਚਨਾਂ ਦੇ ਉੱਤੇ ਤੁਸੀਂ ਪ੍ਰਤੀਤ ਰੱਖਣੀ ਆ, ਭਰੋਸਾ ਰੱਖਣਾ, ਵਿਸ਼ਵਾਸ ਕਿ ਗੁਰਦੇਵ ਨੇ ਜੋ ਬਚਨ ਕਹੇ ਨੇ ਇਹ ਸੱਚ ਨੇ। ਇਹ ਭਰੋਸਾ ਹੋਣਾ ਚਾਹੀਦਾ ਸਿੱਖ ਨੂੰ ਗੁਰੂ ਦੇ ਬਚਨਾਂ ਤੇ, ਕਿ ਸਤਿਗੁਰੂ ਜੀ ਦੇ ਬਚਨਾਂ ਦੇ ਉੱਤੇ ਪ੍ਰਤੀਤ ਰੱਖਣੀਆਂ, ਭਰੋਸਾ ਰੱਖਣਾ ਹੈ। ਸਕੰਦ ਸੰਗਤਾ ਸ਼ਿਵ ਕਹੀ ਕਥਾ ਭਵਿਖਤ ਰੀਤ। ਸ਼ਿਵ ਸੰਗਤਾ ਨਾਮਕ ਇੱਕ ਗ੍ਰੰਥ ਹੈ ਜਿਸ ਦੇ ਅੰਦਰ ਸ਼ਿਵ ਜੀ ਨੇ ਆਪਣੇ ਪੁੱਤਰ ਸਕੰਦ ਨੂੰ, ਸਕੰਦ ਦਾ ਮਤਲਬ ਹੈ ਕਾਰਤਕੇ, ਉਹਦਾ ਜਿਹੜਾ ਪੁੱਤਰ ਹੈ ਉਹਨੂੰ ਉਪਦੇਸ਼ ਦਿੱਤਾ, ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ। ਤੋ ਸ਼ਿਵ ਨੇ ਇੱਕ ਦਿਨ ਸਕੰਦ ਨੂੰ, ਯਾਨੀ ਕਿ ਆਪਣੇ ਪੁੱਤਰ ਕਾਰਤਕੇ ਨੂੰ ਉਪਦੇਸ਼ ਦਿੰਦਿਆਂ ਆਉਣ ਵਾਲੇ ਸਮੇਂ ਵਿੱਚ ਜਿਹੜੀ ਭਵਿੱਖਤ ਵਿੱਚ ਰੀਤ ਵਰਤਣੀ ਸੀ ਉਹਦੇ ਬਾਰੇ ਉਪਦੇਸ਼ ਦਿੱਤਾ, ਜੋ ਭਵਿੱਖ 'ਚ ਹੋਣਾ ਸੀ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜਿੱਥੇ ਮਹਾਨ ਗੁਰੂ ਨੇ ਉੱਥੇ ਸਤਿਗੁਰੂ ਜੀ ਮਹਾਨ ਵਿਦਵਾਨ ਨੇ। ਦੁਨੀਆ ਦੇ ਜਿੰਨੇ ਸ਼ਾਸਤਰ ਨੇ, ਜਿੰਨੇ ਪੁਰਾਣ ਨੇ, ਜਿਤਨੇ ਧਰਮ ਗ੍ਰੰਥ ਨੇ, ਉਹਨਾਂ ਸਾਰਿਆਂ ਦਾ ਗਿਆਨ ਮੇਰੇ ਸਤਿਗੁਰਾਂ ਦੇ ਹਿਰਦੇ ਵਿੱਚ ਸਾਖਸ਼ਾਤਕਾਰ ਹੈ। ਤੋ ਸ਼ਿਵ ਸੰਗਤਾ ਨਾਮਕ ਗ੍ਰੰਥ ਦੇ ਵਿੱਚ ਜੋ ਸ਼ਿਵ ਜੀ ਨੇ ਆਪਣੇ ਪੁੱਤਰ ਕਾਰਤਕੇ ਨੂੰ, ਜਿਹਨੂੰ ਸਕੰਦ ਵੀ ਕਹਿੰਦੇ ਨੇ, ਸਕੰਦ ਨੂੰ ਉਪਦੇਸ਼ ਦਿੰਦਿਆਂ ਭਵਿੱਖਤ ਬਚਨ ਸੁਣਾਏ ਸਨ ਕਿ ਕਲਯੁਗ ਦੇ ਵਿੱਚ ਕੀ ਵਰਤੇਗਾ। ਮਹਾਰਾਜ ਜੀ ਕਹਿੰਦੇ, ਸਿੰਘੋ ਉਹ ਬਚਨ ਅਸੀਂ ਤੁਹਾਨੂੰ ਸਰਵਣ ਕਰਾਉਨੇ ਆ, ਧਿਆਨ ਨਾਲ ਸੁਣੋ। ਸਕੰਦ ਪੁੱਛਾ ਹੈ ਪਿਤਾ ਜੀ ਜਗਤ ਝੂਠ ਕਿਆ ਨਿੰਦ। ਸਕੰਦ ਨੇ ਆਪਣੇ ਪਿਤਾ ਨੂੰ ਪੁੱਛਿਆ ਕਿ ਜਿਹੜੀ ਇਹ ਜਗਤ ਝੂਠ ਹੈ, ਤਮਾਕੂ ਹੈ, ਇਹਦੀ ਜਗਤ ਦੇ ਵਿੱਚ ਨਿੰਦਾ ਕਿਉਂ ਹੈ? ਇਹਨੂੰ ਕਿਉਂ ਨਿੰਦਿਤ ਕਿਹਾ ਜਾਂਦਾ, ਇਹਦੀ ਕਿਉਂ ਨਿੰਦਾ ਕੀਤੀ ਜਾਂਦੀ ਹੈ? ਕਲ ਜੁਗ ਕੈਸੇ ਵਰਤੀਏ ਇਹੋ ਕਿਨ ਕੀਨ ਮੁਨਿੰਦ। ਕਲ ਯੁਗ ਦੇ ਵਿੱਚ ਕਿਸ ਤਰ੍ਹਾਂ ਦਾ ਵਰਤਾਰਾ ਵਰਤੇਗਾ?
ਇਹ ਜਿਹੜਾ ਜਗਤ ਝੂਠ ਹੈ, ਤਮਾਕੂ ਹੈ, ਇਹਨੂੰ ਕਲਯੁਗ ਦੇ ਵਿੱਚ ਕਿਸ ਨੇ ਬਣਾਇਆ, ਕਿਸ ਮੁਨੀ ਨੇ ਪੈਦਾ ਕੀਤਾ, ਕਿਸ ਮੁਨੀ ਦੁਆਰਾ ਇਹ ਬੂਟੀ ਜਿਹੜੀ ਹੈ ਉਹ ਬਣਾਈ ਗਈ ਹੈ, ਇਹਦੇ ਬਾਰੇ ਸਾਨੂੰ ਦੱਸੋ। शिव कहना सुन पूत हित जाकी चर्चा आहे। शिव बोले, ਕਹਿਣ ਲੱਗੇ, हे ਪੁੱਤਰ ਸਕੰਦ ਸੁਣ, ਇਹਦੀ ਜਿਹੜੀ ਚਰਚਾ ਚੱਲ ਰਹੀ ਹੈ ਕਿ ਇਸ ਜਗਤ ਝੂਠ ਦੀ ਜਿਹੜੀ ਚਰਚਾ ਚੱਲ ਰਹੀ ਹੈ, ਤੈਨੂੰ ਇਹਦੇ ਬਾਰੇ ਦੱਸਦੇ ਆਂ ਵੀ ਇਹ ਹਿੰਦੁਸਤਾਨ ਦੀ ਧਰਤੀ ਤੇ ਕਿਵੇਂ ਆਈ ਹੈ, ਹਿੰਦੁਸਤਾਨ ਦੀ ਧਰਤੀ ਵਿੱਚ ਇਹਦਾ ਕਿਵੇਂ ਫੈਲਾਅ ਹੋਇਆ, ਕਿਉਂ ਹੋਇਆ, ਉਹ ਤੈਨੂੰ ਅਸੀਂ ਦੱਸਦੇ ਹਾਂ। अग मरखण ते शुद्ध मन छुहे गंग जल नाए। ਹਾਂ ਵੇਖੋ ਇਹ ਕਿੰਨੀ ਮਾੜੀ ਆ, ਸੁਣੋ ਇਹਦੇ ਬਾਰੇ। ਜਿਹੜਾ ਇਹ ਤਮਾਕੂ ਹੈ, ਜਗਤ ਝੂਠ ਹੈ, ਇਹ ਕਿੰਨਾ ਮਾੜਾ ਹੈ ਵੀ ਜੇ ਤਾਂ ਇਹਨੂੰ ਕੋਈ ਮਨ ਵਿੱਚ ਸਿਮਰ ਲਵੇ, ਮਨ 'ਚ ਇਹਨੂੰ ਚੇਤਾ ਕਰ ਲਵੇ, ਤਮਾਕੂ ਬਾਰੇ ਬਸ ਖਿਆਲ ਹੀ ਕਰ ਲਵੇ, ਤਮਾਕੂ ਦੇ ਖਿਆਲ ਦੇ ਨਾਲ ਮਨ ਅਪਵਿੱਤਰ ਹੋ ਜਾਂਦਾ ਹੈ। ਉਹ ਤਾਂ ਸ਼ੁੱਧ ਹੁੰਦਾ ਜੇ ਯੱਗ ਕੀਤਾ ਜਾਏ। ਕਿੰਨੀ ਮਾੜੀ ਚੀਜ਼ ਹੈ ਵੀ ਮਨ ਦੇ ਉੱਤੇ ਕੇਵਲ ਸੰਕਲਪ ਹੀ ਹੋ ਜਾਏ, ਉਹਦਾ ਤਮਾਕੂ ਦਾ ਧਿਆਨ ਹੀ ਆ ਜਾਏ ਨਾ, ਮਨ ਦੇ ਉੱਤੇ ਅਸਰ ਸੁਫੁਰਨਾ ਹੀ ਆ ਜਾਏ, ਤੇ ਕਹਿੰਦੇ ਮਨ ਨੂੰ ਸ਼ੁੱਧ ਕਰਨ ਵਾਸਤੇ ਅਗ ਮਰਖਣ ਨਾਮਕ ਯੱਗ ਕੀਤਾ ਜਾਂਦਾ ਹੈ, ਤਾਂ ਉਹ ਸ਼ੁੱਧ ਹੁੰਦਾ। ਤੇ ਜੇ ਕਿਤੇ ਸਹਿਜ ਸੁਭਾਏ ਅਚਨਚੇਤ ਇਹ ਸਰੀਰ ਨੂੰ ਲੱਗ ਜਾਏ, ਸਰੀਰ ਨੂੰ ਛੂਹ ਜਾਏ, ਤੇ ਸਰੀਰ ਤਾਂ ਸ਼ੁੱਧ ਹੁੰਦਾ ਜੇ ਗੰਗਾ 'ਚ ਇਸ਼ਨਾਨ ਕਰੀਏ। ਸ਼ਿਵ ਕਹਿੰਦੇ ਸਕੰਦ ਨੂੰ ਕਿ ਗੰਗਾ 'ਚ ਇਸ਼ਨਾਨ ਕਰਕੇ ਤਾਂ ਸ਼ੁੱਧ ਹੁੰਦਾ। ਜੇ ਕਿਤੇ ਅਕਸ਼ ਮਾਤਰ ਇਹ ਸਰੀਰ ਨੂੰ ਛੂਹ ਜਾਏ, ਨਹੀਂ ਤਾਂ ਸਰੀਰ ਅਪਵਿੱਤਰ ਹੋ ਜਾਂਦਾ, ਸਰੀਰ ਮੈਲਾ ਹੋ ਜਾਂਦਾ। ਮੈਂ ਹੈਰਾਨ ਹੁੰਦਾ ਹਾਂ, ਇਹ ਹਿੰਦੂ ਧਰਮ ਦੇ ਗ੍ਰੰਥਾਂ ਦੇ ਵਿੱਚ ਸ਼ਿਵ ਸੰਗਤਾਂ ਦੇ ਵਿੱਚ ਜ਼ਿਕਰ ਆ ਰਿਹਾ ਹੈ। ਉਹੀ ਹਿੰਦੂ ਵੀਰ ਗੰਗਾ ਦੇ ਕਿਨਾਰੇ ਦੇ ਉੱਤੇ ਵਸਦੇ ਨਗਰਾਂ ਦੇ ਵਿੱਚ ਇਹਦੀ ਵਰਤੋਂ ਕਰਦੇ, ਪਿਚਕਾਰੀਆਂ ਸੁੱਟਦੇ ਆ ਖਾ ਖਾ ਕੇ। ਮੈਂ ਅੱਗੇ ਵੀ ਕਈ ਵਾਰੀ ਬੇਨਤੀ ਕਰਦਾ ਹੁੰਨਾ ਵੀ ਪਵਿੱਤਰ ਨਗਰੀ ਦਾ ਦਰਜਾ ਦਿੱਤਾ ਇਹਨਾਂ ਵੀਰਾਂ ਨੇ ਬਨਾਰਸ ਨੂੰ। ਪਟਨਾ ਸਾਹਿਬ ਅਸੀਂ ਯਾਤਰਾ ਤੇ ਜਾ ਰਹੇ ਸਾਂ, ਮਹਾਰਾਜ ਕਲਗੀਧਰ ਜੀ ਦੇ 350 ਸਾਲੇ ਪ੍ਰਕਾਸ਼ ਪੁਰਬ ਤੇ ਰਸਤੇ ਵਿੱਚ ਫੁਰਨਾ ਹੋਇਆ ਕਿ ਇੱਥੇ ਅਸਥਾਨ ਨੇ ਸਤਿਗੁਰਾਂ ਦੇ ਦਰਸ਼ਨ ਕਰੀਏ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਸਥਾਨ ਹੈ, ਗੁਰੂ ਨਾਨਕ ਪਾਤਸ਼ਾਹ ਦੇ ਅਸਥਾਨ ਨੇ, 10ਵੇਂ ਪਾਤਸ਼ਾਹ 9ਵੇਂ ਪਾਤਸ਼ਾਹ ਉੱਥੇ ਚਰਨ ਪਾਏ ਨੇ। ਤੋ ਜਦੋਂ ਭਾਈ ਗੁਰਦਾਸ ਜੀ ਦੇ ਸਥਾਨ ਤੇ ਜਾਈਏ ਤਾਂ ਬੜੀਆਂ ਭੀੜੀਆਂ ਜੀਆਂ ਗਲੀਆਂ ਚੋਂ ਲੰਘ ਕੇ ਜਾਣਾ ਪੈਂਦਾ ਹੈ, ਤੇ ਚੋਲਾ ਇਦਾਂ ਇਕੱਠਾ ਕਰਕੇ ਜਾਣਾ ਪੈਂਦਾ ਹੈ, ਕਿਉਂਕਿ ਕੋਈ ਖੁੰਝਾ ਕੋਈ ਗੁੱਠ ਉਹਨਾਂ ਨੇ ਖਾਲੀ ਨਹੀਂ ਛੱਡੀ ਜਿੱਥੇ ਉਹ ਪਾਨ ਖਾ ਕੇ ਤਮਾਕੂ ਖਾ ਕੇ ਉਹਨਾਂ ਨੇ ਥੁੱਕਿਆ ਨਾ ਹੋਵੇ। ਤੋ ਨਾਲੇ ਪਵਿੱਤਰ ਨਗਰੀ ਹੈ। ਫਿਰ ਹਿੰਦੂ ਵੀਰਾਂ ਦੇ ਗ੍ਰੰਥਾਂ ਵਿੱਚ ਇਹਦਾ ਅਨੁਵਾਦ ਆ ਰਿਹਾ ਹੈ ਕਿ ਇਹ ਜੇ ਸਰੀਰ ਨੂੰ ਛੂਹ ਵੀ ਜਾਏ ਤੇ ਗੰਗਾ 'ਚ ਇਸ਼ਨਾਨ, ਉੱਥੇ ਮੂੰਹ ਦੇ ਵਿੱਚ ਪਾਨ ਖਾ ਕੇ ਤਮਾਕੂ ਵਾਲਾ ਗੰਗਾ 'ਚ ਨਹਾਉਂਦੇ ਆ, ਤੇ ਕੀ ਪਵਿੱਤਰ ਹੋਣਗੇ ਉਹ ਲੋਕ। ਇਹੋ ਜਿਹੇ ਲੋਕ ਤਾਂ ਤੀਰਥਾਂ ਨੂੰ ਵੀ ਪਿੱਟ ਕੇ ਰੱਖ ਦਿੰਦੇ, ਉੱਥੇ ਜਾ ਕੇ ਤੀਰਥਾਂ ਤੇ ਪਾਪ ਲਾਉਣ ਦੀ ਬਜਾਏ ਪਾਪੀ ਹੋ ਕੇ ਆਉਂਦੇ ਆ, ਗੁਨਹਗਾਰ ਹੋ ਕੇ ਆਉਂਦੇ ਆ। ਕਲਗੀਧਰ ਜੀ ਸੁਣਾ ਰਹੇ ਨੇ ਬਚਨ, ਸ਼ਿਵ ਸੰਗਤਾਂ ਦਾ ਇਹ ਬਚਨ ਹੈ ਜਿਹੜਾ ਦਸ਼ਮੇਸ਼ ਗੁਰਦੇਵ ਸੁਣਾ ਰਹੇ। ਕਹਿੰਦੇ ਸ਼ਿਵ ਕਹਿੰਦਾ ਸਕੰਦ, ਜੇ ਕਿਤੇ ਇਹਦਾ ਫੁਰਨਾ ਆ ਜਾਏ ਮਨ 'ਚ, ਉਹ ਮਨ ਅਪਵਿੱਤਰ ਹੋ ਜਾਂਦਾ ਤੇ ਉਹਨੂੰ ਸ਼ੁੱਧ ਕਰਨ ਵਾਸਤੇ ਅਗ ਮਰਖਣ ਯੱਗ ਕਰਨਾ ਪੈਂਦਾ। ਜੇ ਕਿਤੇ ਸਰੀਰ ਨੂੰ ਛੂਹ ਜਾਏ ਤੇ ਸਰੀਰ ਨੂੰ ਪਵਿੱਤਰ ਕਰਨ ਵਾਸਤੇ ਗੰਗਾ 'ਚ ਇਸ਼ਨਾਨ ਕਰਨਾ ਪੈਂਦਾ। ਇਤਨੀ ਇਹ ਮਾੜੀ ਚੀਜ਼ ਹੈ। खावत जप तप नाश होए मंत्र भ्रिष्ट किए पान। ਤੇ ਜੇ ਇਹਨੂੰ ਕੋਈ ਖਾਵੇ ਤੇ ਉਹਦੇ ਜਿਤਨੇ ਜਪ ਤਪ ਨੇ ਸਾਰੇ ਭ੍ਰਸ਼ਟ ਹੋ ਜਾਂਦੇ ਨੇ, ਗਰਕ ਹੋ ਜਾਂਦਾ। ਜਿਹੜਾ ਇਹਨੂੰ ਖਾਵੇ ਉਹਦੇ ਜਪ ਤਪ ਭ੍ਰਸ਼ਟ ਹੋ ਜਾਂਦੇ ਨੇ, ਤੇ ਜਿਹੜਾ ਇਹਨੂੰ ਪੀਵੇ, ਕਿਉਂਕਿ ਪੀਂਦੇ ਵੀ ਨੇ ਇਹਨੂੰ ਹੁੱਕਾ ਬਣਾ ਕੇ, ਬੀੜੀਆਂ ਸਿਗਰਟਾਂ ਬਣਾ ਕੇ, ਜਿਹੜਾ ਪੀਵੇ ਕਹਿੰਦੇ ਪੀਣ ਵਾਲੇ ਦੇ ਜਿਤਨੇ ਮੰਤਰ ਜੰਤਰ ਨੇ ਸਭ ਭ੍ਰਸ਼ਟ ਹੋ ਜਾਂਦੇ ਨੇ, ਉਹਨਾਂ ਦਾ ਮੰਤਰ ਨਹੀਂ ਫੁਰਦਾ।
ਉਹ ਬੇਗੁਰੇ ਹੋ ਜਾਂਦੇ ਨੇ, ਬੇਮੰਤਰੇ ਹੋ ਜਾਂਦੇ ਨੇ। ਖਾਣ ਵਾਲਿਆਂ ਦਾ ਜਪ ਤਪ ਭ੍ਰਸ਼ਟ ਹੋ ਜਾਂਦਾ ਹੈ ਤੇ ਪੀਵਣ ਵਾਲਿਆਂ ਦੇ ਮੰਤਰ ਭ੍ਰਸ਼ਟ ਹੋ ਜਾਂਦੇ ਆ। ਹੁਣ ਤਾਂ ਇਹਨਾਂ ਦੇ ਬਾਰ ਬਣੇ ਹੋਏ ਸੁਣੇ ਜਾਂਦੇ ਨੇ ਵੀ ਹੁੱਕਾ ਬਾਰਾਂ ਦੀ, ਪੰਜਾਬ ਦੀ ਧਰਤੀ ਦੇ ਉੱਤੇ ਵੀ ਉਹ ਬਾਰ ਬਣਾ ਕੇ ਹੁੱਕੇ ਦੀਆਂ ਅੱਜ ਕੱਲ੍ਹ ਉਹ ਮਹਿਫਲਾਂ ਲਾਉਂਦੇ ਆ ਤੰਬਾਕੂ ਦੀਆਂ। ਬੜੀ ਹੈਰਾਨੀ ਹੁੰਦੀ ਹੈ। ਹਾਲਾਂਕਿ ਥਾਂ ਥਾਂ ਤੇ ਇਹਦਾ ਪ੍ਰਚਾਰ ਹੋ ਰਿਹਾ ਹੈ ਟੀਵੀਆਂ ਦੇ ਉੱਤੇ ਵੀ ਇਹ ਭਾਈ ਇਹ ਜਿਹੜੀ ਇਤਨੀ ਭਿਆਨਕ ਬਿਮਾਰੀ ਨੂੰ ਜਨਮ ਦਿੰਦੀ ਹੈ, ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਇਹਦੇ ਨਾਲ ਪੈਦਾ ਹੁੰਦੀਆਂ। ਇਹ ਸਰੀਰ ਲਈ ਨਾਸ਼ਕ ਹੈ, ਫੇਫੜਿਆਂ ਲਈ ਨਾਸ਼ਕ ਹੈ। ਪਰ ਲੋਕ ਇਹੋ ਜਿਹੀ ਬਿਰਤੀ ਬਣ ਗਈ ਹੈ, ਪਸ਼ੂਆਂ ਵਾਲੀ ਬਿਰਤੀ ਹੈ, ਜਾਨਵਰਾਂ ਵਾਲੀ ਬਿਰਤੀ। ਸਿੱਖ ਦਾ ਜੀਵਨ ਗੁਰਦੇਵ ਨੇ ਬੜਾ ਉੱਚਾ ਸੁੱਚਾ ਬਣਾਇਆ ਹੈ। ਤਦੇ ਮਹਾਰਾਜ ਜੀ ਕਹਿੰਦੇ ਮੇਰਾ ਸਿੱਖ ਦੇਵਤਾ ਹੈ, ਜਿਨ ਮਾਨਸ ਤੇ ਦੇਵਤੇ ਕੀਏ। ਗੁਰਦੇਵ ਨੇ ਸਾਨੂੰ ਬੰਦੇ ਹੀ ਨਹੀਂ ਰਹਿਣ ਦਿੱਤਾ, ਬੰਦਿਆਂ ਤੋਂ ਦੇਵਤੇ ਬਣਾ ਦਿੱਤਾ। ਇਹੋ ਜਿਹੀਆਂ ਗੰਦੀਆਂ ਭੈੜੀਆਂ ਬਿਮਾਰੀਆਂ ਨੂੰ ਸਾਡੇ ਗਲੋਂ ਲਾ ਦਿੱਤਾ। ਸਤਿਗੁਰਾਂ ਨੇ ਸਾਡੇ ਤੇ ਬੜੀ ਕਿਰਪਾ ਕੀਤੀ। ਇਹੋ ਜਿਹੀਆਂ ਭਿਆਨਕ ਅਲਾਮਤਾਂ ਜਿਹੜੀਆਂ ਸਮਾਜ ਨੂੰ ਗੰਧਲਾ ਕਰਦੀਆਂ ਨੇ, ਮਹਾਰਾਜ ਜੀ ਨੇ ਸਾਡਾ ਇਹਨਾਂ ਤੋਂ ਛੁਟਕਾਰਾ ਕਰਿਆ। ਸਾਨੂੰ ਸਤਿਗੁਰਾਂ ਦਾ ਰੋਮ ਰੋਮ ਕਰਕੇ ਸ਼ੁਕਰ ਕਰਨਾ ਚਾਹੀਦਾ। ਕਲਗੀਧਰ ਜੀ ਦਾ ਕੱਲ ਵੀ ਮੈਂ ਬੇਨਤੀ ਕੀਤੀ ਸੀ ਕਿ ਪੰਜਾਬ ਦੀ ਧਰਤੀ ਜਿਹੜੀ ਸਤਿਗੁਰਾਂ ਦੀ ਧਰਤੀ ਹੈ, ਗੁਰੂ ਪੀਰਾਂ ਦੀ, ਸਾਡਿਆਂ ਗੁਰਦੇਵਾਂ ਦੀ ਧਰਤੀ ਹੈ, ਇਸ ਧਰਤੀ ਦੇ ਉੱਤੇ ਜਦੋਂ ਕੋਈ ਜਗਤ ਜੂਠ ਦਾ ਸੇਵਨ ਕਰਦਾ ਤਾਂ ਦੁੱਖ ਹੁੰਦਾ ਹੈ। ਔਰ ਫਿਰ ਪਾਬੰਦੀ ਵੀ ਹੈ, ਸਰਕਾਰ ਵੱਲੋਂ ਕਾਨੂੰਨ ਬਣ ਗਿਆ ਹੈ, ਪਰ ਉਹਦੀ ਕੋਈ ਪਾਲਣਾ ਨਹੀਂ ਹੁੰਦੀ। ਉਹਦੇ ਵੱਲ ਧਿਆਨ ਨਹੀਂ ਹੈ ਸਰਕਾਰਾਂ ਦਾ। ਆਪੋ ਆਪਣੇ ਪੇਟ ਪਾਲਣ ਦੀ ਇੱਛਾ ਲੱਗੀ ਹੋਈ ਹੈ। ਬਸ ਲੋਕਾਂ ਨੂੰ ਖੁਸ਼ ਜਿਹਾ ਕਰਨ ਵਾਸਤੇ ਇੱਕ ਕਾਨੂੰਨ ਬਣਾ ਦੇਣਾ, ਮੁੜ ਕੇ ਉਹਦੀ ਕੋਈ ਪਾਲਣਾ ਨਹੀਂ। ਔਰ ਧੜਾ ਧੜ ਵਿਖਦਾ ਹੈ, ਨਾਲੇ ਪਾਬੰਦੀ ਹੈ ਨਾਲੇ ਧੜਾ ਧੜ ਵਿਖਦਾ ਹੈ। ਥਾਂ ਥਾਂ ਤੇ ਐਨ ਸਾਹਮਣੇ ਖੋਖੇ ਲੱਗੇ ਹੋਏ ਦਿਸਦੇ ਆ ਸੜਕਾਂ ਦੇ ਉੱਤੇ। ਛੋਟੇ ਛੋਟੇ ਬੱਚੇ ਵੀ ਉੱਥੋਂ ਖਰੀਦ ਕੇ ਖਾ ਰਹੇ ਹੁੰਦੇ ਆ। ਤੋ ਇਹ ਬੜੀ ਭਿਆਨਕ ਬਿਮਾਰੀ। ਮਹਾਰਾਜ ਜੀ ਕਹਿੰਦੇ ਖਾਣ ਨਾਲ ਜਪ ਤਪ ਭ੍ਰਸ਼ਟ ਹੋ ਜਾਂਦਾ ਹੈ ਔਰ ਪੀਵਣ ਨਾਲ ਜਿਤਨੇ ਮੰਤਰ ਨੇ ਉਹ ਨਸ਼ਟ ਭ੍ਰਸ਼ਟ ਹੋ ਜਾਂਦੇ ਹਨ। ਖੇਤੀ ਮਗ ਹਰ ਸਮਝਿਮੀ ਸ਼ੁੱਧ ਬਰਖ ਤੇ ਜਾਨ। ਜਿਹੜੀ ਹੜੰਬੇ ਦੀ ਧਰਤੀ ਉਹਨੂੰ ਅਪਵਿੱਤਰ ਕਹਿੰਦੇ ਆ। ਕਹਿੰਦੇ ਜਿਹੜੀ ਜਗ੍ਹਾ ਤੇ ਇਹਦੀ ਖੇਤੀ ਕੀਤੀ ਜਾਂਦੀ ਹੈ ਜਗਤ ਜੂਠ ਦੀ, ਇਹਨੂੰ ਜਗਤ ਜੂਠ ਕਹਿੰਦੇ ਖਾਲਸੇ। ਸਾਰੇ ਜਗ ਦੀ ਜੂਠ ਹੈ। ਤੋ ਜਗਤ ਜੂਠ ਦੀ ਖੇਤੀ ਜਿੱਥੇ ਕੀਤੀ ਜਾਂਦੀ ਉਹ ਥਾਂ ਮਗਹਰ ਦੀ ਭੂਮੀ ਵਾਂਗੂ ਅਪਵਿੱਤਰ ਹੈ। ਇੱਕ ਸਾਲ ਲਗਾਤਾਰ ਉਹਦੇ ਤੇ ਮੀਂਹ ਪੈਂਦਾ ਰਹੇ, ਪਾਣੀ ਵਰਸਦਾ ਰਹੇ, ਤਾਂ ਜਾ ਕੇ ਉਹ ਸ਼ੁੱਧ ਹੁੰਦੀ ਹੈ। ਜੇ ਇੱਕ ਵਾਰੀ ਕਿਸੇ ਏਕੜ ਦੇ ਵਿੱਚ ਤੰਬਾਕੂ ਲਾ ਦਿੱਤਾ, ਕਿਸੇ ਜਗਤ ਜੂਠ ਲਾ ਦਿੱਤੀ, ਉਹ ਵੱਢਣ ਤੋਂ ਬਾਅਦ ਖਾਲੀ ਛੱਡ ਦੇਵੇ, ਇੱਕ ਸਾਲ ਮੀਂਹ ਪੈਂਦਾ ਰਹੇ ਉਹਦੇ ਵਿੱਚ, ਤਾਂ ਜਾ ਕੇ ਉਹ ਧਰਤੀ ਮੁੜ ਕੇ ਸ਼ੁੱਧ ਹੁੰਦੀ, ਪਵਿੱਤਰ ਹੁੰਦੀ। ਇਹੋ ਜਿਹੀ ਮਾੜੀ ਬੂਟੀ ਹੈ। ਕਥਾ ਸੁਨੋ ਸਤਜੁਗ ਨਹੀਂ, ਤ੍ਰੇਤਾ ਨਹਿ ਜੁਗ ਦੂਜ। ਸੁਣੋ ਇਹਦੀ ਕਥਾ। ਇਹ ਜਿਹੜੀ ਮਾੜੀ ਬੂਟੀ ਸੀ, ਨਾ ਤਾਂ ਸਤਯੁਗ ਵਿੱਚ ਸੀ, ਨਾ ਤ੍ਰੇਤੇ ਵਿੱਚ ਸੀ, ਤੇ ਨਾ ਹੀ ਦੁਆਪਰ ਵਿੱਚ ਸੀ। ਇਹ ਕੇਵਲ ਕਲਯੁਗ ਦੇ ਵਿੱਚ ਆਈ ਹੈ ਭਿਆਨਕ ਬਿਮਾਰੀ। ਨੇਮਨਾਥ ਨ੍ਰਿਪ ਪੰਡ ਕੁਲ, ਪ੍ਰਜਾ ਦੁਖਾਏ ਅਕੂਜ। ਕਦੋਂ ਆਈ ਹੈ ਹਿੰਦੁਸਤਾਨ ਵਿੱਚ, ਉਹਦੇ ਬਾਰੇ ਸੁਣੋ। ਹਿੰਦੁਸਤਾਨ ਦਾ ਇੱਕ ਰਾਜਾ ਸੀ, ਰਾਜਾ ਨੇਮਨਾਥ। ਬੜਾ ਕੁਕਰਮੀ ਵਿਕਰਮੀ ਰਾਜਾ ਸੀ। ਇਹਨੇ ਪ੍ਰਜਾ ਨੂੰ ਬੜਾ ਦੁੱਖ ਦਿੱਤਾ, ਬੜੀ ਪ੍ਰਜਾ ਸਤਾਈ ਇਹਨੇ। ਰਾਜੇ ਹੁੰਦੇ ਆ ਪ੍ਰਜਾ ਨੂੰ ਸੁੱਖ ਦੇਣ ਲਈ, ਪਰ ਇਹਨੇ ਆਪਣੀ ਸਾਰੀ ਪ੍ਰਜਾ ਨੂੰ ਬੜਾ ਦੁੱਖ ਦਿੱਤਾ। ਪ੍ਰਜਾ ਵਾਰ ਟੂਟੀ ਜਬੈ, ਦੁਖਤ ਭਏ ਸਭ ਲੋਗ। ਰਾਜੇ ਜਿਹੜੇ ਨੇ ਉਹ ਪ੍ਰਜਾ ਦੀ ਵਾੜ ਹੁੰਦੇ ਨੇ। ਜੇ ਵਾੜ ਹੀ ਟੁੱਟ ਜਾਏ ਤੇ ਲੋਕ ਦੁਖੀ ਹੋ ਗਏ, ਫਸਲਾਂ ਉਜੜ ਜਾਂਦੀਆਂ ਜੇ ਵਾੜ ਨਾ ਹੋਵੇ ਤਾਂ। ਤੋ ਰਾਜਿਆਂ ਰੂਪੀ ਪ੍ਰਜਾ, ਯਾਨੀ ਕਿ ਰਾਜਾ ਨੇਮਨਾਥ ਹੀ ਜਦੋਂ ਪ੍ਰਜਾ ਉਲਟੀ ਵਾੜ ਖੇਤ ਕੋ ਖਾਈ ਵਾਲੀ ਗੱਲ ਹੋਈ ਤੇ ਪ੍ਰਜਾ ਬੜੀ ਦੁਖੀ ਹੋਈ, ਬੜੇ ਲੋਕ ਵਿਆਕੁਲ ਤੇ ਬੇਬਲ ਹੋਏ। ਪੀਰ ਮਲੇਸ਼ ਪਛਮ ਤਪੇ, ਤਾਂ ਪਹਿ ਗਏ ਸਸੋਗ। ਉਸ ਵੇਲੇ ਭਾਰਤ ਖੰਡ ਵਿੱਚੋਂ ਪ੍ਰਜਾ
ਦੁਖੀ ਹੋ ਕੇ ਕੁਝ ਲੋਕ ਇਕੱਠੇ ਹੋ ਕੇ ਉਹਨਾਂ ਨੂੰ ਪਤਾ ਲੱਗਾ ਵੀ ਪੱਛਮ ਦਿਸ਼ਾ ਵਿੱਚ ਇੱਕ ਪੀਰ ਤਪ ਕਰਦਾ ਹੈ। ਉਹਦੇ ਕੋਲ ਗਏ ਸਾਰੇ ਇਕੱਠੇ ਹੋ ਕੇ। ਰਾਜੇ ਨੇਮਨਾਥ ਤੋਂ ਆਪਣਾ ਖਹਿੜਾ ਛੁਡਾਉਣ ਲਈ ਵੀ ਰਾਜਾ ਬੜਾ ਮਾੜਾ ਸਾਡੇ ਤੇ ਹਾਵੀ ਹੁੰਦਾ ਹੈ, ਤਾਂ ਪੱਛਮ ਦਿਸ਼ਾ ਵਿੱਚ ਉਹ ਲੋਕ ਆਪਣੇ ਦੁੱਖ ਦੀ ਮੁਕਤੀ ਲਈ ਇੱਕ ਪੀਰ ਉੱਥੇ ਤਪ ਕਰਦਾ ਸੀ, ਉਹਦੇ ਕੋਲ ਗਏ। ਤਿਨ ਮੇਲੇ ਬੁਰਕਾਨ ਨ੍ਰਿਪ ਬੜਾ ਮਲੇਛਨ ਰਾਜ। ਉਹ ਮਲੇਛ ਸੀ, ਮੁਸਲਮਾਨ ਸੀ ਉਹ ਪੀਰ। ਉਹਦੇ ਕੋਲ ਜਾ ਕੇ ਲੋਕ ਰੋਏ ਕਿਗਿਆਏ। ਉਹਨੇ ਆਖਿਆ ਵੀ ਮੈਂ ਤਾਂ ਪੀਰ ਆ, ਮੈਂ ਤੁਹਾਨੂੰ ਆਪਣੇ ਰਾਜੇ ਕੋਲ ਲੈ ਚੱਲਦਾ। ਉੱਥੋਂ ਦਾ ਰਾਜਾ ਸੀ ਪੱਛਮ ਦਿਸ਼ਾ ਦਾ, ਉਹਦਾ ਨਾਂ ਸੀ ਰਾਜਾ ਬੁਰਕਾਨ। ਰਾਜੇ ਬੁਰਕਾਨ ਦੇ ਕੋਲੋਂ ਇਹਨਾਂ ਨੂੰ ਨਾਲ ਲੈ ਕੇ ਗਿਆ। ਤਾਂ ਕੇ ਘਰ ਅਜਮੇਰ ਸੁਤ ਸੰਗੀ ਪ੍ਰਜਾ ਸਮਾਜ। ਰਾਜੇ ਬੁਰਕਾਨ ਕੋਲੇ ਰੋਏ ਵੀ ਸਾਡਾ ਦੇਸ਼ ਉਜਾੜ ਕੇ ਰੱਖ ਦਿੱਤਾ, ਨੇਮਨਾਥ ਨੇ ਪ੍ਰਜਾ ਦੁਖੀ ਕਰ ਦਿੱਤੀ, ਤੁਸੀਂ ਆ ਕੇ ਰਾਜ ਕਰੋ। ਰਾਜਾ ਬੁਰਕਾਨ ਕਹਿਣ ਲੱਗਾ ਵੀ ਮੇਰਾ ਤਾਂ ਇੱਥੇ ਅਫਗਾਨਿਸਤਾਨ ਦੇ ਇੱਥੇ ਕਾਬਲ ਕੰਧਾਰ 'ਚ ਰਾਜ ਹੈ, ਪੱਛਮ 'ਚ ਮੈਂ ਨਹੀਂ ਜਾ ਸਕਦਾ। ਮੈਂ ਆਪਣੇ ਪੁੱਤਰ ਅਜਮੇਰ ਨੂੰ ਭੇਜ ਦਿੰਦਾ। ਇਹਦਾ ਲੜਕਾ ਸੀ, ਉਹਦਾ ਨਾਂ ਸੀ ਅਜਮੇਰ। ਉਹਨੂੰ ਇਹਨੇ ਉਹਨਾਂ ਦੇ ਨਾਲ ਭੇਜਿਆ, ਪ੍ਰਜਾ ਦੇ ਨਾਲ, ਵੀ ਇਹਨੂੰ ਲੈ ਜਾਓ। ਇਹ ਪਹਿਲਾਂ ਇਕੱਲਾ ਹੀ ਜਾਏਗਾ, ਉੱਥੇ ਦਾ ਮਾਹੌਲ ਵੇਖੇਗਾ, ਰਹੇਗਾ ਕੁਝ ਸਾਲ, ਫਿਰ ਜਾ ਕੇ ਆਪਣੀ ਫੌਜ ਬਣਾ ਕੇ ਸਹਿਜੇ ਸਹਿਜੇ ਆਪਣਾ ਪਸਾਰਾ ਕਰੇਗਾ। ਉੱਥੋਂ ਦੇ ਜਿਹੜੇ ਰਾਜੇ ਨੇ, ਮੰਤਰੀ ਨੇ, ਉਹਨਾਂ ਦੇ ਜਪ ਤਪ ਨੂੰ ਭ੍ਰਸ਼ਟ ਕਰਨ ਦਾ ਯਤਨ ਕਰੇਗਾ। ਇਹਨੂੰ ਤੁਸੀਂ ਨਾਲ ਲੈ ਜਾਓ। ਉਹ ਰਾਜੇ ਬੁਰਕਾਨ ਦਾ ਜਿਹੜਾ ਲੜਕਾ ਸੀ ਅਜਮੇਰ, ਉਹਨੂੰ ਇਹ ਲੋਕ ਆਪਣੇ ਨਾਲ ਲੈ ਕੇ ਆਏ। ਮੁਨੀ ਰੂਪ ਦਿਖ ਦੇਸ਼ ਮਨ ਗਇਓ ਸੋ ਪੁਸ਼ਕਰ ਮਾਝ। ਇਹ ਜਿਹੜਾ ਅਜਮੇਰ ਸੀ ਇਹ ਰਾਜਸਥਾਨ ਦੇ ਵਿੱਚ ਪੁਸ਼ਕਰ ਸ਼ਹਿਰ ਹੈ, ਉੱਥੇ ਗਿਆ। ਇਹਨੂੰ ਪਤਾ ਲੱਗਾ ਵੀ ਇੱਥੇ ਇੱਕ ਬੜਾ ਵੱਡਾ ਪ੍ਰਸਿੱਧ ਮੁਨੀ ਹੈ ਜਿਹੜਾ ਤਪ ਕਰਦਾ, ਉਹ ਮੈਨੂੰ ਦੱਸੇਗਾ ਵੀ ਹਿੰਦੁਸਤਾਨ ਦੇ ਵਿੱਚ ਇਹਨਾਂ ਦਾ ਰਾਜ ਕਿਵੇਂ ਖਤਮ ਹੋ ਸਕਦਾ ਹੈ। ਉਸ ਮੁਨੀ ਦੀ ਭਾਲ ਕਰਨ ਲਈ, ਕਿਉਂਕਿ ਪੁਸ਼ਕਰ ਦਾ ਇਲਾਕਾ ਜੰਗਲ ਦਾ ਇਲਾਕਾ ਸੀ ਆਲੇ ਦੁਆਲੇ, ਹੁਣ ਮੁਨੀ ਨੂੰ ਲੱਭਣਾ ਸੀ। ਉਹ ਆਪਣੀ ਇੱਛਾ ਨਾਲ ਹੀ ਪ੍ਰਗਟ ਹੁੰਦਾ ਸੀ। ਇਸ ਕਰਕੇ ਅਜਮੇਰ ਉੱਥੇ ਰਹਿ ਕੇ ਕੁਝ ਸਮੇਂ ਲਈ ਬੱਕਰੀਆਂ ਚਾਰਨ ਦਾ ਉਹਨੇ ਕੰਮ ਕੀਤਾ। ਲੱਭਣ ਵਾਸਤੇ ਵੀ ਜੰਗਲ 'ਚ ਨਾਲੇ ਫਿਰਾਂਗਾ, ਬੱਕਰੀਆਂ ਦਾ ਦੁੱਧ ਪੀ ਲੈਣਾ ਤੇ ਫਿਰ ਛੱਡਣਾ। ਤੋ ਇਸ ਤਰ੍ਹਾਂ ਉਹਦੀ ਭਾਲ ਕਰਨ ਲੱਗਾ ਪੁਸ਼ਕਰ ਵਿੱਚ ਜਾ ਕੇ। ਸ਼ਿਵ ਬਨ ਗਹਿਬਰ ਗਵਾਲ ਅਜ ਪਾਏ ਖੋਜ ਇੱਕ ਸਾਂਝ। ਉਹਨੇ ਭਾਲ ਕੀਤੀ, ਬੱਕਰੀਆਂ ਚਾਰਦਾ ਰਿਹਾ, ਕੁਝ ਸਮਾਂ ਬੀਤਿਆ ਤੇ ਸ਼ਾਮ ਦੇ ਵੇਲੇ ਇੱਕ ਦਿਨ ਉਹਨੂੰ ਉਹ ਫਕੀਰ ਜਿਹੜਾ ਸੀ ਪੀਰ ਉੱਥੇ ਪੁਸ਼ਕਰ 'ਚ ਤਪ ਕਰਦਾ ਸੀ, ਉਹ ਉਸ ਅਜਮੇਰ ਨੂੰ ਮਿਲ ਗਿਆ। ਤਿਨ ਕਹਿਆ ਸੁਨ ਸਾਧ ਜੀ ਮੋਹਿ ਜਲ ਪਾਤਰ ਸੋਚੋਏ। ਅਜਮੇਰ ਨੇ, ਉਹ ਪੀਰ ਦੇ ਹੱਥ ਵਿੱਚ ਨਾ ਭਾਂਡਾ ਸੀ, ਕਹਿਣ ਲੱਗਾ ਸੰਤ ਜੀ ਏਦਾਂ ਕਰੋ ਵੀ ਇਹ ਭਾਂਡਾ ਦੇ ਦਿਓ, ਮੈਂ ਤੁਹਾਨੂੰ ਦੁੱਧ ਚੋ ਕੇ ਦੇ ਦਿਆਂ, ਬੱਕਰੀਆਂ ਦਾ ਛਕ ਲਓ। ਉਹ ਪੀਰ, ਉਹ ਜਿਹੜਾ ਫਕੀਰ ਸੀ, ਉਹਨੇ ਉਹ ਆਪਣਾ ਭਾਂਡਾ ਅਜਮੇਰ ਨੂੰ ਦੇ ਦਿੱਤਾ। ਪ੍ਰਗਟਿਓ ਨਰ ਮੋਹਿ ਕਹਿ ਉਠਿਓ ਮੰਗ ਧਰਨ ਜਸ ਹੋਏ। ਇਹਨੇ ਦੁੱਧ ਭਰ ਕੇ ਦਿੱਤਾ। ਉਹ ਫਕੀਰ ਨੇ, ਜਿਹੜਾ ਉਹ ਰਿਸ਼ੀ ਸੀ, ਉਹਨੇ ਛਕਿਆ ਤੇ ਉਹ ਬੜਾ ਖੁਸ਼ ਹੋਇਆ, ਪ੍ਰਗਟ ਹੋਇਆ, ਨੇ ਆਪਣਾ ਆਪ ਵਿਖਾਇਆ ਤੇ ਕਹਿਣ ਲੱਗਾ ਮੰਗ ਕੀ ਚਾਹੀਦਾ ਤੈਨੂੰ ਅਜਮੇਰ, ਕੀ ਚਾਹੀਦਾ ਤੈਨੂੰ? ਤੂੰ ਸੇਵਾ ਕੀਤੀ ਹੈ ਮੇਰੀ, ਦੁੱਧ ਛਕਾਇਆ ਸਾਨੂੰ, ਤੈਨੂੰ ਕੀ ਚਾਹੀਦਾ? ਇਹਨੇ ਅੱਗੋਂ ਹੱਥ ਜੋੜ ਕੇ ਆਖਿਆ ਵੀ ਮੈਨੂੰ ਇਹ ਹਿੰਦੁਸਤਾਨ ਦੀ ਧਰਤੀ ਚਾਹੀਦੀ ਹੈ, ਔਰ ਇਸ ਧਰਤੀ ਤੇ ਤੁਹਾਡਾ ਜਸ ਹੋਵੇ, ਮੈਨੂੰ ਇਹ ਚਾਹੀਦਾ। ਧਰਤੀ ਹੋਵੇਗੀ ਮੇਰੇ ਕੋਲ, ਉਹਦੇ ਤੇ ਜਸ ਤੁਹਾਡਾ ਹੋਵੇਗਾ। ਏਦਾਂ ਇਹਨੇ ਮੰਗ ਕੀਤੀ ਉਸ ਸਾਧੂ ਕੋਲੋਂ। ਲੈ ਤਾ ਕੋ ਤਪ ਕਰਤਬੋ ਇੱਕ ਦਿਨ ਤਹਿ ਅਜਮੇਰ। ਏਦਾਂ ਉੱਥੇ ਰਹਿ ਕੇ ਤਪ ਕੀਤਾ ਇਹਨੇ ਅਜਮੇਰ ਨੇ। ਉਹਨੇ ਆਖਿਆ ਵੀ ਫਿਰ ਤਾਂ ਜਪ ਕਰ, ਉਹਨੇ ਮੰਤਰ ਦਿੱਤਾ ਉਹਨੂੰ ਅਜਮੇਰ ਨੂੰ। ਅਜਮੇਰ ਉੱਥੇ ਪੁਸ਼ਕਰ 'ਚ ਰਹਿ ਕੇ ਜੰਗਲ 'ਚ ਉਹਨੇ ਬੜੀ ਭਾਰੀ ਕਰੜੀ ਤਪ ਸਾਧਨਾ ਕੀਤੀ। ਉਹਨੇ ਆਖਿਆ ਰਾਜ ਲੈਣਾ ਤੇ ਤਪ ਕਰ, ਤਪੋਂ ਰਾਜ ਹੁੰਦਾ ਤੇ ਤਪ ਕਰ। ਮੰਤਰ ਉਹਨੇ ਦੇ ਦਿੱਤਾ ਉਸ ਮੁਨੀ ਨੇ। ਅਜਮੇਰ ਉਹ ਮੰਤਰ ਲੈ ਕੇ ਭਾਰੀ ਤਪ ਕਰਨ ਲੱਗਾ ਜੰਗਲ 'ਚ ਰਹਿ ਕੇ। ਪੁਰਖ ਵਾਜ ਗੋ ਮੇਦ ਕਿਓ ਔਖਦ ਦੇ ਸਿਧ ਤੇਰ। ਕੁਝ ਸਾਲ ਰਹਿ ਕੇ ਜਦੋਂ ਉਹਨੇ ਤਪ ਕੀਤਾ ਤੇ ਫਿਰ ਇੱਕ ਦਿਨ ਉਸ ਮੁਨੀ ਨੇ ਇਹਨੂੰ ਪ੍ਰਸੰਨ ਹੋ ਕੇ ਬਚਨ ਕੀਤਾ। ਕਹਿਣ ਲੱਗਾ ਅਜਮੇਰ ਤੂੰ ਆਪਣੇ ਇਲਾਕੇ 'ਚ ਜਾ ਵਾਪਸ, ਪੱਛਮ ਦਿਸ਼ਾ 'ਚ।
ਉੱਥੇ ਪੁਰਾਣੇ ਸਮਿਆਂ ਵਿੱਚ ਕਲਯੁਗ ਵਿੱਚ ਤਾਂ ਨਹੀਂ ਸੀ ਹੁੰਦਾ ਗੋਮੇਧ ਯੱਗ, ਪਰ ਪਹਿਲੇ ਯੁੱਗਾਂ ਵਿੱਚ ਗਊ-ਮੇਧ ਯੱਗ ਵੀ ਹੁੰਦਾ ਸੀ, ਜਿਹਦੇ 'ਚ ਗਾਂ ਮਾਰ ਕੇ ਉਹਦੀ ਆਹੂਤੀ ਪਾਈ ਜਾਂਦੀ ਸੀ, ਉਹਦੀ ਚਮੜੀ ਜਾਂ ਉਹਦੀ ਜਿਹੜੀ ਚਰਬੀ ਸੀ ਉਹ ਪਾਈ ਜਾਂਦੀ ਸੀ। ਪੱਛਮ ਦਿਸ਼ਾ ਦੇ ਵਿੱਚ ਇੱਕ ਜਗ੍ਹਾ ਉਹਨੇ ਟਿਕਾਣਾ ਦੱਸਿਆ, ਉਸ ਜਗ੍ਹਾ ਦੇ ਉੱਤੇ ਗੋਮੇਧ ਯੱਗ ਕੀਤਾ ਗਿਆ ਸੀ ਪੁਰਾਣੇ ਯੁੱਗ ਵਿੱਚ, ਕਲਯੁਗ ਵਿੱਚ ਨਹੀਂ, ਬਹੁਤ ਪਹਿਲਾਂ ਉੱਥੇ ਉਹ ਯੱਗ ਕੀਤਾ ਗਿਆ। ਪਸ਼ਚਮ ਗੋਮੇਦੀ ਤਰਨ ਸਿੱਧ ਖਾਲ ਤੇ ਲਿਆਏ। ਉੱਥੇ ਗੋਮੇਦੀ ਬੂਟੀ ਪੈਦਾ ਹੋਈ। ਗੋਮੇਦੀ ਦਾ ਮਤਲਬ ਤਮਾਕੂ ਦੀ ਬੂਟੀ, ਜਿਹੜੀ ਗਾਂ ਦੇ ਮਿੱਝ ਤੋਂ ਪੈਦਾ ਹੋਈ ਹੈ, ਤਾਂ ਇਹਨੂੰ ਮਾੜਾ ਕਿਹਾ ਪਵਿੱਤਰ ਧਾਰਮਿਕ ਤੌਰ ਤੇ। ਉਦਾਂ ਇਹ ਗਾਂ ਕਹਿੰਦੇ ਨਹੀਂ, ਗਾਂ ਤਾਂ ਮਾਤਾ ਹੈ, ਪਰ ਉਸ ਗਾਂ ਦੀ ਮਿੱਝ ਤੋਂ ਬਣੀ ਬੂਟੀ ਖਾ ਕੇ ਬੜਾ ਸ਼ੌਂਕ ਮਨਾਉਂਦੇ ਆ। ਉਹਦੇ ਮਿੱਝ ਤੋਂ ਬਣੀ ਆ ਗਊ ਦੀ। ਕਈ ਮਹਾਂਪੁਰਸ਼ ਏਦਾਂ ਵੀ ਦੱਸਦੇ ਆ ਵੀ ਗਾਂ ਦੇ ਖੂਨ ਤੋਂ ਬਣੀ। ਜਦੋਂ ਸੰਸਰ ਬਾਹੂ ਨੇ ਮਾਰਿਆ ਨਾ ਜਮਦਗਨੀ ਰਿਸ਼ੀ ਨੂੰ, ਤੇ ਉਹ ਗਊ ਉੱਡੀ ਸੀ, ਉਹਦੇ ਪੈਰ ਦੇ ਵਿੱਚ ਕਾਮਧੇਨ ਗਊ ਦੇ ਜਦੋਂ ਤੀਰ ਮਾਰਿਆ, ਉਹਦੇ ਵਿੱਚੋਂ ਇਹ ਬੂਟੀ ਪੈਦਾ ਹੋਈ। ਚਲੋ ਜਿਵੇਂ ਵੀ ਹੋਇਆ, ਇਹ ਗਾਂ ਦੀ ਮਿੱਝ ਤੋਂ ਬਣੀ ਹੈ, ਉਹਦੇ ਖੂਨ ਤੋਂ ਬਣੀ ਹੈ। ਉੱਥੇ ਜਾ ਕੇ ਉਹ ਜਿਹੜੀ ਬੂਟੀ ਹੈ ਤਮਾਕੂ ਦੀ, ਉਹ ਤੂੰ ਊਂਠਾਂ ਦੇ ਉੱਤੇ ਲੱਦ ਕੇ ਤੇ ਹਿੰਦੁਸਤਾਨ ਲੈ ਕੇ ਆ। ਹਾਂਜੀ, ਇਹਾ ਆਏ ਪ੍ਰਗਟ ਕੀਓ ਵਦੀ ਮਲੇਛੀ ਦਾਏ। ਅਜਮੇਰ ਨੂੰ ਕਿਹਾ ਵੀ ਉਹ ਲਿਆ ਕੇ ਉਹ ਫਲਾ ਲੋਕਾਂ ਨੂੰ ਪਿੰਡਾਂ ਦੇ ਵਿੱਚ ਵੰਡ, ਤੇ ਆਖੇ ਬੜੀ ਵਧੀਆ ਨਿਆਮਤ ਹੈ, ਲੋਕਾਂ ਦੇ ਵਿੱਚ ਲਿਆ ਕੇ ਇਹਨੂੰ ਵੰਡ। ਉਹਨੇ ਊਂਠਾਂ ਦੇ ਊਂਠ ਉੱਥੋਂ ਲੱਦ ਕੇ ਲਿਆਂਦੀ ਭਾਰਤ ਖੰਡ 'ਚ। ਪਹਿਲਾਂ ਇੱਥੇ ਨਹੀਂ ਸੀ, ਉੱਥੇ ਹੀ ਹੋਈ ਸੀ। ਪੁਰਾਣੇ ਵੇਲੇ ਕਿਤੇ ਗੋਮੇਧ ਯੱਗ ਹੋਇਆ ਸੀ, ਉੱਥੇ ਪੈਦਾ ਹੋਈ। ਗਊ ਦੇ ਮਿੱਝ ਤੋਂ ਬਣੀ ਤਮਾਕੂ। ਇਹਨੇ ਲਿਆ ਕੇ ਪਿੰਡਾਂ ਵਿੱਚ ਵੱਡੇ ਵੱਡੇ ਚੌਧਰੀਆਂ ਨੂੰ ਦਿੱਤੀ ਵੀ ਇਹ ਬੜੀ ਵਧੀਆ ਬੂਟੀ ਹੈ, ਸਰੀਰ ਨੂੰ ਬੜਾ ਸੁੱਖ ਦਿੰਦੀ ਹੈ, ਨਸ਼ਾ ਵੀ ਹੈ ਇਹਦੇ 'ਚ। ਹੌਲੇ ਹੌਲੇ ਕਰਕੇ ਲੋਕ ਇਹਦੇ ਆਦੀ ਬਣਨ ਲੱਗ ਪਏ। ਹਿੰਦੁਸਤਾਨ ਦੇ ਲੋਕ ਇਹਦੇ ਆਦੀ ਬਣ ਗਏ। ਬਹੁਤ ਸਾਰੇ ਲੋਕਾਂ ਵਿੱਚ ਇਹਨੇ ਬੂਟੀ ਪ੍ਰਗਟ ਕਰ ਦਿੱਤੀ। ਅਜਾਪਾਲ ਰਾਜਾ ਪਇਓ ਤਾਕੀ ਬੇਟੀ ਸੁੰਠ। ਫਿਰ ਜਿਵੇਂ ਜਿਵੇਂ ਉਹ ਫੈਲੀ ਬੂਟੀ, ਲੋਕਾਂ ਦਾ, ਹਿੰਦੁਸਤਾਨ ਦੇ ਲੋਕ ਬੜੇ ਜਪੀ ਤਪੀ ਸਨ, ਉਹਨਾਂ ਕੋਲ ਮੰਤਰ ਸ਼ਕਤੀ ਫੁਰਦੀ ਸੀ। ਇਸ ਜਗਤ ਜੂਠ ਦੀ ਬੂਟੀ ਦੇ ਨਾਲ ਉਹਨਾਂ ਦੀ ਸ਼ਕਤੀ ਜਿਹੜੀ ਸੀ ਉਹ ਘਟਣ ਲੱਗ ਪਈ। ਮੰਤਰ ਜੰਤਰ ਭ੍ਰਸ਼ਟ ਕਰ ਦਿੰਦੀ ਹੈ ਮਾੜੀ ਬੂਟੀ, ਗਊ ਦੇ ਮਿੱਝ ਤੋਂ ਬਣੀ। ਉਹ ਖਾਣ ਲੱਗ ਪਏ ਲੋਕ, ਪੀਣ ਲੱਗ ਪਏ। ਉਹਦੇ ਨਾਲ ਉਹਨਾਂ ਦੀ ਮੰਤਰ ਸ਼ਕਤੀ ਜਿਹੜੀ ਸੀ, ਰਾਜਿਆਂ ਦੀ, ਮੰਤਰੀਆਂ ਦੀ, ਵਜ਼ੀਰਾਂ ਦੀ, ਉਹ ਖਤਮ ਹੋਣ ਲੱਗ ਪਈ। ਬਹੁਤ ਸਾਰੇ ਉੱਚੇ ਉੱਚੇ ਧਰਮੀ ਲੋਕਾਂ ਦੇ ਕੋਲ ਵੀ ਪਹੁੰਚ ਗਈ, ਉਹਨਾਂ ਦੀਆਂ ਚਿਲਮਾਂ ਤੱਕ ਪਹੁੰਚ ਗਈ। ਚਿਲਮਾਂ ਬਣਾ ਬਣਾ ਕੇ ਪੀਣ ਲੱਗ ਪਏ। ਹੁਣ ਤਾਈਂ ਅੱਜ ਦੇ ਵਰਤਮਾਨ ਦੇ ਸਮੇਂ ਵਿੱਚ ਵੀ ਬਹੁਤ ਸਾਰੇ ਇਸ ਭੈੜੀ ਬੂਟੀ ਨੂੰ ਚਿਲਮ ਬਣਾ ਬਣਾ ਕੇ ਵੀ ਪੀਂਦੇ ਆ, ਇਹਦੀਆਂ ਚਿਲਮਾਂ ਬਣਾ ਬਣਾ ਕੇ, ਇਤਨੀ ਗੰਦੀ ਵਸਤੂ ਨੂੰ। ਤੋ ਉਸ ਵੇਲੇ ਉਹ ਬਹੁਤ ਸਾਰੇ ਧਰਮੀ ਲੋਕਾਂ ਦੇ ਕੋਲ ਵੀ ਜਾ ਪਹੁੰਚੀ। ਲੋਕਾਂ ਦੇ ਧਰਮ ਕਰਮ ਜਿਹੜੇ ਸਨ ਉਹ ਭ੍ਰਸ਼ਟ ਹੋਣ ਲੱਗ ਪਏ। ਹੌਲੇ ਹੌਲੇ ਕਰਕੇ ਜਿਹੜਾ ਉਹ ਅਜਮੇਰ ਸੀ, ਉਹਦਾ ਰਾਜ ਭਾਗ ਜਿਹੜਾ ਸੀ ਉਹ ਫੈਲਣ ਲੱਗ ਪਿਆ। ਉਹਨੇ ਆਪਣੀ ਸ਼ਕਤੀ ਨੂੰ ਸਮੇਟਿਆ, ਰਾਜ ਭਾਗ ਉਹਦਾ ਫੈਲ। ਇਹਦੀ ਇੱਕ ਲੜਕੀ ਸੀ ਅਜਮੇਰ ਦੀ। ਹਾਂਜੀ, ਮੁਨਸੁਤ ਜੀਤਾ ਪਾਨ ਤੇ ਪੁੱਛੀ ਪੀਰ ਸਮੁੰਠ। ਉਹ ਜਿਹੜੀ ਅਜਮੇਰ ਦੀ ਲੜਕੀ ਸੀ, ਉਹਨੇ ਵੀ ਮੁਸਲਮਾਨ ਦਾ ਧਰਮ ਦਾ ਬੜਾ ਪ੍ਰਚਾਰ ਕੀਤਾ। ਅਜਮੇਰ ਨੇ 70 ਸਾਲ ਪ੍ਰਚਾਰ ਕੀਤਾ ਮੁਸਲਮਾਨ ਧਰਮ ਦਾ। ਉਹਦੀ ਅੱਗੇ ਜਿਹੜੀ ਲੜਕੀ ਸੀ, ਉਹਨੇ ਇੱਕ ਹਿੰਦੂ ਪੀਰ ਨੂੰ, ਇੱਕ ਹਿੰਦੂ ਮੁਨੀ ਨੂੰ ਵਿਆਹਿਆ ਉਹਨੂੰ ਮੁਸਲਮਾਨ ਬਣਾਉਣ ਵਾਸਤੇ। ਉਹਨੂੰ ਵਿਆਹ ਕੇ ਉਹ ਜਦੋਂ ਘਰ ਲੈ ਕੇ ਆਈ, ਗਊ ਮੇਦ ਕੇ ਕੁੰਡ ਤੇ ਉਪਜੀ ਪਾਪਨ ਪਾਤ। ਕਹਿੰਦੇ ਇਹ ਜਿਹੜੀ ਬੂਟੀ ਹੈ ਇਹ ਗਊ ਮੇਦ ਦੀ ਮਿੱਝ ਤੋਂ ਬਣੀ, ਇਸ ਕਰਕੇ ਪਾਪਣ ਬੂਟੀ ਹੈ। ਇਹ ਜਿਹੜੀ ਬੂਟੀ ਹੈ ਜਗਤ ਜੂਠ ਦੀ, ਤਮਾਕੂ ਦੀ, ਇਹ ਪਾਪਣ ਬੂਟੀ ਹੈ। ਜਪ ਤਪ ਬ੍ਰਤ ਸੰਜਮ ਦਹੈ ਤੀਰਥ ਫਲ ਸਭ ਖਾਤ। ਇਹਦੇ ਨਾਲ ਜਪ ਤਪ ਵਰਤ ਸੰਜਮ ਸਾਰੇ ਤੀਰਥ ਯਾਤਰਾ ਵਗੈਰਾ ਇਹ ਸਾਰੇ ਫਲਾਂ ਨੂੰ ਖਾ ਜਾਂਦੀ ਹੈ। ਇਹੋ ਜੀ ਭਿਆਨਕ ਪਾਪਣ ਬੂਟੀ ਹੈ। ਗੋ ਹਤਿਆ ਸਮ ਜਗਤ ਜੂਠ ਪੀਰ ਅਜਮੇਰ ਲਿਆਏ। ਕਹਿੰਦੇ ਜਗਤ ਜੂਠ ਦੀ ਵਰਤੋਂ ਕਰਨ ਵਾਲਾ ਮਾਨੋ ਗੋ ਹੱਤਿਆ ਕਰਦਾ, ਐਡਾ ਵੱਡਾ ਪਾਪ ਹੈ।
ਗਾਂ ਮਾਰ ਦਿੱਤੀ ਤੇ ਜਗਤ ਝੂਠ ਦੀ ਵਰਤੋਂ ਕਰ ਲਈ, ਖਾ ਲਿਆ ਉਹਨੂੰ ਜਾਂ ਪੀ ਲਿਆ ਤੇ ਇੱਕ ਬਰਾਬਰ ਹੈ। ਇਹ ਅਜਮੇਰ ਜਿਹੜਾ ਸੀ ਉਹ ਲੈ ਕੇ ਆਇਆ ਇਹਨੂੰ ਹਿੰਦੁਸਤਾਨ ਦੇ ਵਿੱਚ। हिंद देश फैलत सही कल की ऐसी वाए। ਕਹਿੰਦੇ ਹਿੰਦ ਦੇਸ਼ ਦੇ ਵਿੱਚ ਇਹ ਫੈਲੀ ਔਰ ਕਲਯੁਗ ਦੀ ਇਹੋ ਜੀ ਹਵਾ ਚੱਲੀ। पोते थोम अर करन ते होए तमाकू निंद। ਇਹ ਤਮਾਕੂ ਜਿਹੜਾ ਹੈ ਗਊ ਦੀ ਖੱਲ ਤੋਂ, ਉਹਦੀ ਚਮੜੀ ਤੋਂ, ਉਹਦੀ ਮਿੱਝ ਤੋਂ ਬਣੀ ਹੈ, ਇਸ ਕਰਕੇ ਨਿੰਦਨੀਏ ਹੈ, ਇਹ ਨਿੰਦਣ ਯੋਗ ਹੈ ਜਗਤ ਝੂਠ। ਤੇ ਅਜਮੇਰ ਦੀ ਲੜਕੀ ਨੇ ਇੱਕ ਮੁਨੀ ਲਿਆਂਦਾ ਵਿਆਹ ਕੇ, ਉਹ ਹੁਣ ਜ਼ਬਰਦਸਤੀ ਤੇ ਲੈ ਆਈ ਉਹਨੂੰ, ਪਰ ਉਹ ਆਪਣੇ ਜਪ ਤਪ 'ਚ ਬੜਾ ਪੱਕਾ ਸੀ। ਉਹਨੇ ਰਾਤ ਸਮੇਂ ਆਪਣੇ ਸਰੀਰ ਦੇ ਆਲੇ ਦੁਆਲੇ ਇੱਕ ਲੋਹੇ ਦਾ ਕਿਲਾ ਰਚ ਲੈਣਾ ਆਪਣੇ ਮੰਤਰਾਂ ਦੇ ਨਾਲ ਕਿ ਮੇਰਾ ਸੱਤ ਰਹੇ। ਕੁਝ ਦਿਨ ਉਹ ਵੇਖਦੀ ਰਹੀ, ਫਿਰ ਉਹਨੇ ਕੀ ਕੀਤਾ, ਇੱਕ ਦਿਨ ਜਗਤ ਝੂਠ ਉਹਦੇ ਭੋਜਨ ਵਿੱਚ ਮਿਲਾ ਕੇ ਉਹਨੂੰ ਖਵਾ ਦਿੱਤਾ ਤਮਾਕੂ। ਜਦੋਂ ਤਮਾਕੂ ਖਾਦਾ ਉਸ ਦਿਨ ਰਾਤ ਨੂੰ ਜਦੋਂ ਕਿਲਾ ਰਚਣ ਲੱਗਾ ਤੇ ਕਿਲਾ ਰਚੇ ਨਾ, ਮੰਤਰ ਸ਼ਕਤੀ ਖਤਮ ਹੋ ਗਈ, ਫਿਰ ਉਹਨੂੰ ਵੀ ਇਹਨੇ ਆਪਣੇ ਕਾਬੂ ਕਰ ਲਿਆ। ਤੋ ਇਸ ਪ੍ਰਕਾਰ ਨਾਲ ਇਹ ਸਾਰੇ ਜਪ ਤਪ ਮੰਤਰਾਂ ਨੂੰ ਭ੍ਰਸ਼ਟ ਕਰਕੇ ਰੱਖ ਦਿੰਦਾ ਜਗਤ ਝੂਠ। ਇਤਨੀ ਇਹ ਭਿਆਨਕ ਹੈ। ਗਊ ਦੇ ਮਿੱਝ ਤੋਂ ਬਣੀ ਹੋਣ ਕਰਕੇ ਗਊ ਹੱਤਿਆ ਜਿੰਨਾ ਪਾਪ ਲੱਗਦਾ ਹੈ ਜਿਹੜਾ ਇਹਨੂੰ ਸੇਵਦਾ, ਇਸ ਕਰਕੇ ਭਾਈ ਇਹ ਨਿੰਦਨੀਏ ਹੈ। मन मुरता स्वै इष्ट ते ताते तज पुनिंत तिंद। ਹਾਂ, ਮਹਾਰਾਜ ਜੀ ਕਹਿਣ ਲੱਗੇ ਭਾਈ ਆਪਣੇ ਇਸ਼ਟ ਤੋਂ ਮਨ ਵੀ ਮੋੜ ਦਿੰਦੀ ਹੈ। ਇਹ ਜਿਹੜਾ ਜਗਤ ਝੂਠ ਵਰਤਦਾ ਉਹ ਆਪਣੇ ਇਸ਼ਟ ਦਾ ਨਹੀਂ ਰਹਿੰਦਾ, ਆਪਣੇ ਗੁਰੂ ਪੀਰ ਦਾ ਨਹੀਂ ਰਹਿੰਦਾ, ਉਹਦੇ ਤੋਂ ਬੇਮੁਖ ਹੋ ਜਾਂਦਾ। ਇਸ ਕਰਕੇ ਸ਼ਿਵ ਨੇ ਕਿਹਾ, ਹੇ ਪੁੱਤਰ ਇਹਦਾ ਤਿਆਗ ਹੀ ਰੱਖਣਾ, ਇਹਨੂੰ ਸੇਵਨ ਨਹੀਂ ਕਰਨਾ। ਹੁਣ ਸ਼ਿਵ ਨੂੰ ਮੰਨਣ ਵਾਲੇ ਹੀ ਪੀਂਦੇ, ਹਾਲਾਂਕਿ ਸ਼ਿਵ ਹੀ ਕਹਿ ਰਹੇ ਨੇ ਇਹਦਾ ਸੇਵਨ ਨਹੀਂ ਕਰਨਾ, ਉਹਨੂੰ ਮੰਨਣ ਵਾਲੇ ਚਿਲਮਾ ਬਣਾ ਬਣਾ ਪੀਂਦੇ ਆ ਇਹਦੀਆਂ। ਹਾਂਜੀ, ਜਾਂ ਦਿਨ ਆਇਆ ਬੀਜ ਤਿਸ ਤਿਆਗੀ ਭੂਸੁਰ ਪਿਤਰ। ਜਿਸ ਦਿਨ ਤੋਂ ਧਰਤੀ ਇਹ ਹਿੰਦੁਸਤਾਨ ਦੀ ਧਰਤੀ ਤੇ ਭਾਰਤ ਖੰਡ ਦੀ ਭੂਮੀ ਤੇ ਆਈ ਹੈ ਜਗਤ ਝੂਠ ਦੀ ਬੂਟੀ, ਕਹਿੰਦੇ ਉਸ ਦਿਨ ਤੋਂ ਇਸ ਧਰਤੀ ਤੋਂ ਪਿਤਰ ਲੋਕ ਚਲੇ ਗਏ, ਜਿਹੜੇ ਪਿਤਰ ਸਨ ਉਹ ਚਲੇ ਗਏ। ਸੋਈ ਦਿਜ ਕੇਸ਼ਵ ਕਹਿਓ ਸਾਚੀ ਤਿਆਗੀ ਮਿੱਤਰ। ਇਹ ਭਗਵਾਨ ਜੀ ਨੇ ਵੀ ਇੱਕ ਬਾਤ ਕਹੀ ਹੈ, ਇਸ ਕਰਕੇ ਇਸ ਗੱਲ ਨੂੰ ਸੱਚੀ ਕਰਕੇ ਜਾਣ ਤੇ ਦਾ ਤਿਆਗੀ ਹੋ। ਤਾਤੇ ਹਮ ਛੋਰਿਓ ਸੁਨਿਓ ਕਹਿਓ ਸੰਗਤੀ ਬਰਜ। ਕਲਗੀਧਰ ਜੀ ਕਹਿੰਦੇ ਇਹ ਤਾਂ ਸੀ ਸ਼ਿਵ ਸੰਗਤਾ ਦਾ ਬਚਨ, ਹੁਣ ਅਸੀਂ ਵੀ ਦਸੀਏ ਤੁਹਾਨੂੰ। ਇਹ ਬੜੀ ਭਿਆਨਕ ਬੂਟੀ, ਇਹਦੇ ਤੋਂ ਬੜੀਆਂ ਭਿਆਨਕ ਬਿਮਾਰੀਆਂ ਪੈਦਾ ਹੁੰਦੀਆਂ ਨੇ, ਸਮਾਜ ਨੂੰ ਗੰਧਲਾ ਕਰਕੇ ਰੱਖ ਦਿੰਦੀਆਂ ਨੇ। ਹਾਲਾਂਕਿ ਉਹਨਾਂ ਵੇਲਿਆਂ ਵਿੱਚ ਕੈਂਸਰ ਵਰਗੀਆਂ ਰੋਗੀਆਂ ਬਿਮਾਰੀਆਂ ਨਹੀਂ ਸਨ, ਪਰ ਕਲਗੀਧਰ ਪਾਤਸ਼ਾਹ ਜਾਣਦੇ ਸਨ ਵੀ ਇਹ ਭਿਆਨਕ ਹੈ, ਇਹਦੇ ਤੋਂ ਭਿਆਨਕ ਬਿਮਾਰੀਆਂ ਉਤਪੰਨ ਹੋਣੀਆਂ ਨੇ। ਇਹ ਸਮਾਜ ਲਈ ਬੜੀ ਘਾਤਕ ਹੈ, ਇਹ ਮੰਤਰ ਸ਼ਕਤੀ ਨੂੰ ਵੀ ਖਤਮ ਕਰਦੀ ਹੈ, ਇਹ ਜਪ ਤਪ ਨੂੰ ਭ੍ਰਸ਼ਟ ਕਰਕੇ ਰੱਖ ਦਿੰਦੀ ਹੈ। ਤੋ ਮਹਾਰਾਜ ਜੀ ਕਹਿੰਦੇ ਇਸ ਕਰਕੇ ਅਸੀਂ ਆਪਣੀ ਸੰਗਤ ਨੂੰ ਵਰਜਿਆ ਹੈ, ਰੋਕਿਆ ਹੈ ਕਿ ਜਗਤ ਝੂਠ ਦਾ ਸੇਵਨ ਨਹੀਂ ਕਰਨਾ। ਕਥਾ ਇਹੀ ਵਰਣਨ ਕਰੀ ਦੋਖ ਕਲੰਕੀ ਖਰਜ। ਆਏ ਬੜੀ ਦੋਸ਼ ਵਾਲੀ ਬੂਟੀ ਹੈ, ਇਹਦੇ ਵਿੱਚ ਬੜੇ ਭਾਰੀ ਕਲੰਕ ਹਨ। ਸੁਨੋ ਸਿੱਖ ਮਮ ਰਹਿਤ ਜੋ ਤਜਹੋ ਤਮਾਕੂ ਸੰਗ। ਪਾਤਸ਼ਾਹ ਕਹਿੰਦੇ ਸੁਣੋ ਸਿੱਖੋ, ਜਿਹੜੇ ਮੇਰੇ ਸਿੱਖ ਹੋ, ਜਿਹੜੇ ਮੇਰੀ ਦੱਸੀ ਰਹਿਤ ਨੂੰ ਰੱਖਣ ਵਾਲੇ ਹੋ, ਇਹਦਾ ਤਿਆਗ ਰੱਖਣਾ, ਇਹਨੂੰ ਸਪਰਸ਼ ਤੱਕ ਨਹੀਂ ਕਰਨਾ, ਛੂਹਣਾ ਤੱਕ ਵੀ ਨਹੀਂ। ਆ ਵੇਖੋ ਸਾਡਾ ਘੋੜਾ ਉਸ ਘਾਹ ਦੇ ਵਿੱਚੋਂ ਦੀ ਅੱਗੇ ਨਹੀਂ ਲੰਘਿਆ ਜਿਹਦੇ ਵਿੱਚ ਡਿੱਗਾ ਹੋਇਆ ਸੀ, ਉਹਨੂੰ ਟੱਪ ਕੇ ਵੀ ਪਾਰ ਨਹੀਂ ਗਿਆ। ਇਸ ਕਰਕੇ ਸਿੱਖੋ, ਜਿਹੜੇ ਮੇਰੀ ਦੱਸੀ ਰਹਿਤ ਨੂੰ ਪਾਲਣ ਵਾਲੇ ਹੋ, ਉਹਨਾਂ ਨੇ ਕਦੇ ਇਸ ਜਗਤ ਝੂਠ ਦੀ ਵਰਤੋਂ ਨਹੀਂ ਕਰਨੀ। ਮਰਨ ਮਰੋ ਤੋ ਅਤ ਭਲੋ। ਮਰਨਾ ਪੈ ਜੇ ਮਰ ਜਾਓ, ਦੋ ਆਪਸ਼ਨਾਂ ਹੋਣ ਤੁਹਾਡੇ ਕੋਲ, ਇੱਕ ਮਰਨ ਦੀ, ਦੂਜੀ ਜਗਤ ਝੂਠ ਦੀ ਵਰਤੋਂ ਦੀ। ਜਗਤ ਝੂਠ ਨਹੀਂ ਵਰਤਣਾ, ਮਰਨਾ ਹੁੰਦਾ ਤਾਂ ਮਰ ਜਾਓ, ਪਰ ਇਹਦੀ ਵਰਤੋਂ ਨਹੀਂ ਕਰਨੀ, ਇੱਥੋਂ ਤੱਕ ਹੱਥ 'ਚ ਰਹਿਣਾ। ਹਾਂਜੀ, ਜਗਤ ਝੂਠ ਨਹਿ ਅੰਗ। ਪਰ ਜਗਤ ਝੂਠ ਅੰਗੀਕਾਰ ਨਹੀਂ ਕਰਨਾ, ਮਰਨਾ ਪੈਂਦਾ ਤਾਂ ਮਰ ਜਾਓ। ਤਨਕ ਤਮਾਕੂ ਸੇਵੀਏ ਦੇਵ ਪਿਤਰ ਤਜ ਜਾਏ। ਥੋੜਾ ਜਿੰਨਾ ਵੀ ਤਮਾਕੂ ਕੋਈ ਸੇਵਦਾ ਨਾ, ਥੋੜਾ ਜਿੰਨਾ ਵੀ, ਕਹਿੰਦੇ ਉਹਦੇ ਦੇਵ ਪਿੱਤਰ ਲੋਕ ਦੇ ਵਿੱਚੋਂ ਧੱਕੇ ਮਾਰ ਕੇ ਕੱਢ ਦਿੱਤੇ ਜਾਂਦੇ ਨੇ।
ਕਿ ਤੇਰੀ ਕੁਲ ਦੇ ਵਿੱਚ ਪੈਦਾ ਹੋਏ ਫਲਾਣੇ ਨੇ ਤਮਾਕੂ ਦਾ ਸੇਵਨ ਕੀਤਾ, ਚੱਲ ਤੂੰ ਨਰਕਾਂ ਵਿੱਚ। ਉਹਦੇ ਵੱਡੇ ਵਡੇਰੇ ਵੀ ਨਰਕਾਂ 'ਚ ਜਾ ਪੈਂਦੇ ਨੇ। ਉਹਦੇ ਦੇਵ ਪਿੱਤਰ ਵੀ ਜਿਹੜੇ ਨੇ ਉਹ ਛੱਡ ਕੇ ਚਲੇ ਜਾਂਦੇ ਹਨ। ਪਾਣੀ ਤਾਂ ਕੇ ਹੱਥ ਕੋ, ਤਮਾਕੂ ਖਾਣ ਵਾਲੇ ਬੰਦੇ ਦੇ ਹੱਥ ਦਾ ਪਾਣੀ ਵੀ ਜੇ ਤੁਸੀਂ ਪੀਵੋਗੇ, ਮਦਰਾ ਸਮ ਅਗਦਾਏ, ਉਹ ਸ਼ਰਾਬ ਦੇ ਸਮਾਨ ਹੈ। ਮੰਨੋ ਤਮਾਕੂ ਖਾਣ ਵਾਲੇ ਬੰਦੇ ਦੇ ਹੱਥ ਦਾ ਪਾਣੀ ਪੀਣਾ ਤੇ ਸ਼ਰਾਬ ਦਾ ਪਿਆਲਾ ਪੀਣਾ ਇੱਕ ਬਰਾਬਰ ਹੈ। ਸ਼ਰਾਬ ਦਾ ਪਿਆਲਾ ਪੀਣ ਦਾ ਜਿੱਡਾ ਵੱਡਾ ਪਾਪ ਹੈ, ਓਨਾ ਹੀ ਵੱਡਾ ਪਾਪ ਤਮਾਕੂ ਦੇ ਸੇਵਨ ਕਰਨ ਵਾਲੇ ਦੇ ਹੱਥ ਦਾ ਪਾਣੀ ਪੀਣ ਦਾ ਹੈ। ਮਦਰਾ ਦਹਤਾ ਸਪਤ ਕੁਲ, ਭੰਗ ਦਹੈ ਤਨ ਏਕ। ਸ਼ਰਾਬ 7 ਕੁੱਲਾਂ ਗਾਲ ਕੇ ਰੱਖ ਦਿੰਦੀ ਹੈ, ਕਲਗੀਧਰ ਸਵਾਮੀ ਕਹਿੰਦੇ ਆ। ਸ਼ਰਾਬ ਜਿਹੜੀ ਹੈ ਨਾ, ਇਹ 7 ਕੁੱਲਾਂ ਗਰਕ ਕਰਕੇ ਰੱਖ ਦਿੰਦੇ। 7 ਕੁੱਲਾਂ ਦੇ ਉੱਤੇ ਅਸਰ ਹੁੰਦਾ ਹੈ। ਪਿਓ ਪੀਂਦਾ ਹੋਵੇ, ਪੁੱਤਰ ਵੇਖ ਕੇ ਆਪਣੇ ਆਪ ਉਸ ਪਾਸੇ ਆ ਜਾਂਦਾ ਹੈ। ਪਿਓ ਪੀਂਦਾ ਹੋਵੇ, ਉਹ ਆਪਣੇ ਪੁੱਤਰ ਦੀ ਪਰਵਰਿਸ਼ ਸਹੀ ਨਹੀਂ ਕਰ ਸਕਦਾ, ਉਹ ਪੁੱਤਰ ਦੀ ਪੜ੍ਹਾਈ ਦਾ ਪ੍ਰਬੰਧ ਸਹੀ ਨਹੀਂ ਕਰ ਸਕਦਾ। ਉਹ ਪੁੱਤਰ ਜਦੋਂ ਸਹੀ ਨਹੀਂ ਪੜ੍ਹ ਸਕੇਗਾ, ਉਹ ਅੱਗੇ ਆਪਣੇ ਬੱਚਿਆਂ ਦਾ 7 ਪੁਸ਼ਤਾਂ ਤੱਕ ਉਹਦਾ ਅਸਰ ਹੁੰਦਾ ਹੈ ਸ਼ਰਾਬ ਦਾ। ਮਦਰਾ ਜਿਹੜੀ ਹੈ, ਸ਼ਰਾਬ ਜਿਹੜੀ ਹੈ, ਉਹ 7 ਕੁੱਲਾਂ ਗਾਲ ਕੇ ਰੱਖ ਦਿੰਦੀ ਹੈ। ਮਦਰ ਦਹਿਤੀ ਸਬਤ ਕੁੱਲ। ਭੰਗ ਦਾ ਹੈ ਤਾਂ ਨੇਕ, ਜਿਹੜੀ ਭੰਗ ਹੈ ਇਹ ਕੇਵਲ ਇੱਕ ਸਰੀਰ ਦਾ ਹੀ ਨਾਸ਼ ਕਰਦੀ, ਸਰੀਰ ਨੂੰ ਕਮਜ਼ੋਰ ਕਰਦੀ ਹੈ। ਇਹਦਾ ਸੇਵਨ ਕਰਦਿਆਂ ਸਰੀਰ 'ਚ ਖੁਸ਼ਕੀ ਪੈਦਾ ਹੁੰਦੀ ਹੈ, ਦਿਮਾਗ 'ਚ ਖੁਸ਼ਕੀ ਪੈਦਾ ਹੁੰਦੀ ਹੈ, ਸਰੀਰ 'ਚ ਬੈ ਪੈਦਾ ਕਰਦੀ ਹੈ। ਸ਼ਤ ਕੁਲ ਦਹਤਾ ਜਗਤ, ਝੂਠ ਨਿੰਦਾ ਦਹੈ ਅਨੇਕ। ਤੇ ਕਹਿੰਦੇ 100 ਕੁੱਲਾਂ ਗਰਕ ਹੋ ਜਾਂਦੀਆਂ ਨੇ ਉਹਦੀਆਂ, ਜਿਹੜਾ ਤਮਾਕੂ ਦਾ ਸੇਵਨ ਕਰਦਾ। ਉਹਦੀਆਂ 100 ਕੁੱਲਾਂ, ਸ਼ਤ ਨਾਮ ਹੁੰਦਾ 100 ਦਾ, ਉਹਦੀਆਂ 100 ਕੁੱਲਾਂ ਗਰਕ ਹੋ ਜਾਂਦੀਆਂ ਨੇ। ਔਰ ਜਿਹੜਾ ਨਿੰਦਾ ਕਰਨ ਵਾਲਾ ਨਿੰਦਕ ਹੈ, ਉਹਦੀਆਂ ਅਣਗਿਣਤੀ ਕੁੱਲਾਂ ਗਰਕ ਹੋ ਜਾਂਦੀਆਂ। ਆ ਵੀ ਗੱਲ ਨਾਲ ਹੈ। ਨਿੰਦਾ ਦਾ ਹੈ ਅਨੇਕ, ਨਿੰਦਾ ਕਈ ਕੁੱਲਾਂ ਸਾੜ ਕੇ ਸੁਆਹ ਕਰ ਦਿੰਦੀ ਹੈ। ਹਾਂਜੀ। ਤਜੈ ਤਮਾਕੂ ਮਨੁੱਖ ਕਲ, ਉਦਰਿਆ ਦਰ ਪਰਵਾਨ। ਜਿਹੜਾ ਇਸ ਕਲੀ ਕਾਲ ਦੇ ਸਮੇਂ 'ਚ ਤਮਾਕੂ ਨੂੰ ਤਿਆਗਦਾ ਹੈ, ਉਹੀ ਇਸ ਕਲਯੁਗ ਵਿੱਚ ਉਧਰੇਗਾ, ਪਾਰ ਤਰੇਗਾ। ਪੂਰੀ ਪਰੀ ਤਿਸ ਭਾਵਨਾ, ਸਫਲ ਕਮਾਈ ਮਾਨ। ਔਰ ਉਹਦੀ ਕਮਾਈ ਸਫਲ ਹੋਵੇਗੀ, ਉਹਦੀ ਭਾਵਨਾ ਪੂਰੀ ਹੋਵੇਗੀ, ਜਿਹੜਾ ਤਮਾਕੂ ਨੂੰ ਛੱਡ ਕੇ ਜਗਤ ਝੂਠ ਦਾ ਤਿਆਗ ਕਰਕੇ ਬੰਦਗੀ ਕਰੇਗਾ। ਇੱਕ ਪਾਸੇ ਚਿਲਮਾਂ ਲਾਈਆਂ ਹੁੰਦੀਆਂ ਮਸਤਾਂ ਬਾਬਿਆਂ ਨੇ, ਤਮਾਕੂ ਪੀ ਰਹੇ ਹੁੰਦੇ ਆ। ਸਾਡੇ ਪੰਜਾਬੀ ਉਹਨਾਂ ਦੇ ਪੈਰਾਂ 'ਚ ਮੱਥੇ ਟੇਕਦੇ, ਧੂਆਂ ਪਾ ਪਾ ਕੇ ਤਮਾਕੂ ਦਾ ਫੂਕਦੇ ਆ ਮੂੰਹ ਤੇ ਉਹਨਾਂ ਦੇ। ਲੱਖ ਲਾਹਨਤ, ਉਹ ਜੁੱਤੀਆਂ ਨੇ ਉਹਨਾਂ ਦੇ ਮੂੰਹ ਦੇ ਉੱਤੇ। ਤੇ ਫਿਰ ਕਹਿੰਦੇ ਜੀ ਅਸੀਂ ਤਾਂ ਮਸਤਾਂ ਦੇ ਚੇਲੇ ਆ ਤੇ ਬਾਬਿਆਂ ਦੀ ਪੂਜਾ ਕਰ ਰਹੇ ਆ, ਪੀਰਾਂ ਦੀ। ਕੋਈ ਨਹੀਂ ਜੇ ਫਲਣਾ। ਤਮਾਕੂ ਦੀ ਜਿਹੜੀ ਜਗਤ ਝੂਠ ਦੀ ਵਰਤੋਂ ਆਪ ਭਾਵੇਂ ਨਹੀਂ ਕਰਦੇ, ਪਰ ਉਹਨਾਂ ਦਾ ਧੂਆਂ ਤਾਂ ਆਇਆ ਨਾ ਉੱਤੇ ਤੁਹਾਡੇ ਸਰੀਰ ਤੇ। ਤੇ ਕਹੋ ਜੀ ਫਿਰ ਤੁਹਾਡੀ ਘਾਲਣਾ ਘਾਲੀ ਪੂਰੀ ਹੋਏਗੀ? ਨਹੀਂ ਹੋਣੀ। ਉਸੇ ਦੀ ਘਾਲਣਾ ਸਫਲੀ ਹੋਵੇਗੀ ਜਿਹੜਾ ਇਸ ਜਗਤ ਝੂਠ ਦਾ ਤਮਾਕੂ ਦਾ ਤਿਆਗ ਕਰੇਗਾ। ਕਲਗੀਧਰ ਸਵਾਮੀ ਦੇ ਬਚਨ ਨੇ। ਉਸੇ ਦੀ ਭਾਵਨਾ ਪੂਰੀ ਹੋਵੇਗੀ, ਉਸੇ ਦੀ ਕਮਾਈ ਪੂਰਨ ਹੋਵੇਗੀ। ਸ਼ਾਸਤਰ ਅਖਾਜਿਆ ਕੋ ਕਹੈ ਅਪਿਆ ਮਦ। ਕਹਿੰਦੇ ਸ਼ਾਸਤਰਾਂ ਵਿੱਚ ਇਹਨੂੰ ਤਮਾਕੂ ਨੂੰ ਨਾ ਖਾਣੇ ਯੋਗ ਕਿਹਾ, ਔਰ ਸ਼ਰਾਬ ਨੂੰ ਨਾ ਪੀਣੇ ਯੋਗ ਕਿਹਾ। ਤਮਾਕੂ ਨੂੰ ਨਾ ਖਾਣੇ ਯੋਗ ਤੇ ਸ਼ਰਾਬ ਨੂੰ ਨਾ ਪੀਣੇ ਯੋਗ ਕਿਹਾ। ਨਿੰਦਾ ਕਹਿ ਇਹ ਨੀਚਨੀ, ਪੁਰਖ ਕੁਸੰਗ ਕਬੁੱਧ। ਇਸੇ ਤਰ੍ਹਾਂ ਨਿੰਦਾ ਕਰਨੀ ਤੇ ਕੁਸੰਗੀ ਪੁਰਸ਼ ਦਾ ਸੰਗ, ਇਹਨਾਂ ਸਾਰੀਆਂ ਚੀਜ਼ਾਂ ਨੂੰ ਵਰਜਿਆ ਹੈ, ਰੋਕਿਆ ਹੈ ਕਿ ਇਹਨਾਂ ਚੀਜ਼ਾਂ ਦਾ ਨਾਲ ਨਹੀਂ ਵਰਤਣਾ, ਇਹਨਾਂ ਦਾ ਸੰਗ ਨਹੀਂ ਕਰਨਾ। ਘੋੜੀ ਚੜਨਾ ਖੱਤਰੀ ਕਾ, ਵਿਪਰ ਚੜੈ ਜੋ ਬੈਲ। ਆ ਕਹਿੰਦੇ ਜਿਵੇਂ ਘੋੜੀ ਸੂਣ ਵਾਲੀ ਹੋਵੇ, ਉਹਦੇ ਤੇ ਸਵਾਰੀ ਕਰਨੀ। ਖੱਤਰੀ ਛਤਰੀ ਉਹਦੇ ਤੇ ਸਵਾਰੀ ਕਰੇ, ਉਹ ਪਾਪੀ ਹੈ। ਵੀ ਘੋੜੀ ਨੇ ਕੁਝ ਸਮੇਂ ਬਾਅਦ ਸੂਣਾ ਹੈ, ਬਛੇਰਾ ਜਾਂ ਬਛੇਰੀ ਦੇਣੀ, ਉਹਦੇ ਤੇ ਸਵਾਰੀ ਕਰੇ, ਉਹ ਛਤਰੀ ਪਾਪੀ ਹੈ, ਵੱਡਾ ਪਾਪ ਹੈ, ਗੁਨਾਹ ਹੈ। ਫਿਰ ਵਿਪਰ ਚੜਾ ਜੋ ਬੈਲ, ਬ੍ਰਾਹਮਣ ਬੈਲ ਦੀ ਸਵਾਰੀ ਕਰੇ, ਉਹਦੇ ਲਈ ਮਹਾ ਪਾਪ ਹੈ।
ਬ੍ਰਾਹਮਣ ਲਈ ਬੈਲ ਦੀ ਸਵਾਰੀ ਮਾੜੀ ਹੈ। ਘੋੜ ਚੜੇ ਸੰਨਿਆਸਤ ਜੋ। ਸੰਨਿਆਸੀ ਘੋੜੇ ਤੇ ਚੜੇ, ਸੰਨਿਆਸੀ ਲਈ ਪਾਪ ਹੈ। ਸੰਨਿਆਸੀ ਘੋੜੇ ਤੇ ਨਹੀਂ ਚੜ ਸਕਦਾ। ਸੰਨਿਆਸੀ ਨਾ ਕਾਰ ਤੇ ਬਹਿ ਸਕਦਾ ਹੈ, ਸੰਨਿਆਸੀ ਨਾ ਘੋੜੇ ਤੇ ਚੜ ਸਕਦਾ ਹੈ। ਸੰਨਿਆਸੀ ਦਾ ਜੀਵਨ ਉਹਨੇ ਪੈਦਲ ਚੱਲਣਾ ਜਿੱਥੇ ਜਾਣਾ। ਜਿਹੜਾ ਸੰਨਿਆਸ ਆਸ਼ਰਮ ਸੰਨਿਆਸੀ ਦਾ ਜੀਵਨ ਕਿਹਾ ਜਾ। ਹੁਣ ਤਾਂ ਸਾਡੇ ਦੇਸ਼ ਵਿੱਚ ਸੰਨਿਆਸੀ ਵਪਾਰ ਕਰਦੇ ਆ ਵਧੀਆ ਵਧੀਆ ਢੰਗ ਨਾਲ। ਉਹ ਤਾਂ ਬੜੇ ਬੜੇ ਵੱਡੇ ਵਧੀਆ ਪੱਧਰ ਤੇ ਵਪਾਰ ਹੁੰਦੇ ਸੰਨਿਆਸੀਆਂ ਦੇ। ਉਹਨੇ ਆਮ ਲੋਕਾਂ ਦੇ ਨਹੀਂ ਹਨ ਜਿੰਨੇ ਸੰਨਿਆਸੀਆਂ ਦੇ ਵਪਾਰ ਚੱਲਦੇ ਆ। ਪਰ ਸੰਨਿਆਸੀ ਦਾ ਜਿਹੜਾ ਜੀਵਨ ਹੈ ਉਹ ਹੈ ਪੈਦਲ। ਉਹਨੇ ਹੱਥ ਦੇ ਵਿੱਚ ਇੱਕ ਨਾਰੀਅਲ ਦਾ ਖੋਪੇ ਦਾ ਟੁੱਟਾ ਹੋਇਆ ਜਿਹੜਾ ਹੁੰਦਾ ਨਾ ਉੱਪਰਲਾ ਖੋਲ, ਉਹ ਰੱਖਣਾ, ਉਹਦੇ 'ਚ ਪਾਣੀ ਪੀਣਾ, ਉਹਦੇ 'ਚ ਰੋਟੀ ਖਾਣੀ। ਭਾਂਡਾ ਰੱਖਣ ਦੀ ਵੀ ਉਹਨੂੰ ਹੱਕ ਨਹੀਂ, ਮਿੱਟੀ ਦਾ ਬਰਤਨ ਵੀ ਨਹੀਂ ਰੱਖ ਸਕਦਾ ਉਹ ਸੰਨਿਆਸੀ। ਤੇੜ ਇੱਕ ਲੰਗੋਟੀ ਹੋਵੇ, ਇੱਕ ਲੰਗੋਟੀ ਨਾਲ, ਇੱਕ ਲਾ ਲਵੇ ਇੱਕ ਪਾ ਲਵੇ ਇਸ਼ਨਾਨ ਪਾਨ ਕਰਕੇ। ਇੱਕ ਰੱਸੀ ਹੋਵੇ ਉਹਦੇ ਹੱਥ ਵਿੱਚ, ਇੱਕ ਡੰਡਾ। ਇਹ ਸੰਨਿਆਸੀ ਦਾ ਜੀਵਨ ਹੁੰਦਾ। ਤੇ ਜੇ ਸੰਨਿਆਸੀ ਘੋੜੇ ਚੜੇ, ਉਹ ਸੰਨਿਆਸੀ ਦਾ ਉਹਨੂੰ ਪਾਪ ਲੱਗਦਾ ਕਹਿੰਦੇ। ਇਹ ਸ਼ਾਸਤਰਾਂ ਵਿੱਚ ਲਿਖਿਆ, ਮਹਾਰਾਜ ਕਹਿੰਦੇ ਅਸੀਂ ਨਹੀਂ ਪਏ ਕਹਿੰਦੇ। ਸੰਨਿਆਸੀਆਂ ਦੇ ਸ਼ਾਸਤਰਾਂ 'ਚ ਲਿਖਿਆ ਇਹ ਵਚਨ, ਜਿਹੜੇ ਸ਼ਾਸਤਰਾਂ ਨੂੰ ਸੰਨਿਆਸੀ ਮੰਨਦੇ ਆ। ਕਹਿੰਦੇ ਹਾਂ, ਨਾਰੀ ਪੁਰਖਨ ਖੇਲ, ਜਿਹੜੀ ਇਸਤਰੀ ਵਿਭਚਾਰਣੀ ਹੈ, ਪਾਪਣੀ ਹੈ, ਆਪਣੇ ਆਚਰਣ ਤੋਂ ਕਰੈਕਟਰ ਤੋਂ ਡਿੱਗੀ ਹੋਈ ਹੈ, ਉਹਦਾ ਸੰਗ ਵੀ ਪਾਪ ਕਰਨ ਵਾਲਾ ਹੈ। ਪੰਡਿਤ ਈਰਖਾਵਾਨ ਜੋ। ਪੰਡਤ ਹੋਵੇ ਤੇ ਫਿਰ ਈਰਖਾ ਕਰੇ, ਵਿਦਵਾਨ ਹੋਵੇ ਤੇ ਈਰਖਾ ਕਰੇ, ਉਹ ਵਿਦਵਾਨ ਈਰਖਾ ਕਰਨ ਵਾਲਾ ਵੀ ਪਾਪੀ ਹੈ। ਸ਼ੂਦਰ ਪਛ ਮਹਿ ਵਿਪਰ। ਔਰ ਕਿਸੇ ਨੀਵੇਂ ਸ਼ੂਦਰ ਪਛ ਮਹਿ ਵਿਪਰ। ਸ਼ੂਦਰ ਦਾ ਮਤਲਬ ਹੈ ਇੱਥੇ ਨੀਚ ਬੰਦਾ ਕੋਈ ਹੋਵੇ, ਨੀਚ ਜਿਹਦੀਆਂ ਹਰਕਤਾਂ ਨੀਚ ਹੋਣ, ਚੋਰੀ ਯਾਰੀ ਕਰਨ ਵਾਲਾ, ਭੈੜੇ ਕੰਮ ਕਰਨ ਵਾਲਾ, ਉਹਦੀ ਗਵਾਹੀ ਭਰੇ ਬ੍ਰਾਹਮਣ ਜਾ ਕੇ ਵੀ ਇਹ ਬੰਦਾ ਚੰਗਾ ਹੈ। ਕਹਿੰਦੇ ਉਹ ਬ੍ਰਾਹਮਣ ਵਰਗਾ ਦੁਨੀਆਂ 'ਚ ਪਾਪੀ ਕੋਈ ਨਹੀਂ ਜਿਹੜਾ ਨੀਚ ਬੰਦੇ ਦੀ ਗਵਾਹੀ ਦੇਵੇ। ਰਾਜਾ ਹੋਏ ਵੱਡੀ ਲਏ। ਰਾਜਾ ਹੋ ਕੇ ਰਿਸ਼ਵਤ ਲਵੇ, ਉਹ ਰਾਜਾ ਪਾਪੀ ਹੈ। ਰਾਜਾ ਹੋ ਕੇ ਕੋਈ ਰਿਸ਼ਵਤ ਲਵੇ, ਵੱਡੀ ਲਵੇ, ਉਹ ਰਾਜਾ ਸਭ ਤੋਂ ਵੱਡਾ ਪਾਪੀ ਹੈ। ਮਤਸਰ ਗਿਆਨੀ ਖਿਪਰ। ਤੇ ਜੇ ਗਿਆਨੀ ਈਰਖਾ ਕਰੇ ਕਿਸੇ ਨਾਲ ਤਾਂ ਫਿਰ ਉਹ ਵੱਡਾ ਪਾਪੀ ਹੈ। ਕੰਨਿਆ ਜਾਈ ਬ੍ਰਿਧ ਕਾਮ, ਬਹੁ ਨਾਰੀ ਪਰਸੰਗ। ਜਿਹੜਾ ਧੀਆਂ ਨੂੰ, ਲੜਕੀਆਂ ਨੂੰ ਮਾਰ ਦੇਵੇ, ਲੜਕੀਆਂ ਨੂੰ ਸਾੜ ਦੇਵੇ, ਜਾਂ ਅੱਜ ਕੱਲ ਕੁੱਖਾਂ 'ਚ ਹੀ ਮਾਰ ਦਿੰਦੇ ਆ, ਉਹ ਵੱਡਾ ਪਾਪੀ ਹੈ। ਵਿਰਧ ਕਾਮ, ਵਿਰਧ ਭਾਵ ਤੋਂ ਭਾਵ ਬਹੁਤ ਵਡੇਰੀ ਉਮਰ ਦੀ ਇਸਤਰੀ ਦੇ ਨਾਲ ਸੰਗ ਕਰਨੇ ਵਾਲਾ ਵੀ ਪਾਪੀ ਹੈ। ਬਹੁ ਨਾਰੀ ਪ੍ਰਸੰਗ, ਜਿਹੜਾ ਬਹੁਤ ਸਾਰੀਆਂ ਇਸਤਰੀਆਂ ਦੇ ਪ੍ਰਸੰਗ ਸੁਣੇ, ਯਾਨੀ ਕਿ ਮਲਨ ਭਾਵ ਰੱਖ ਕੇ ਹਿਰਦੇ ਵਿੱਚ, ਕਰੈਕਟਰ ਤੋਂ ਵੀ ਹੋਣੀਆਂ ਇਸਤਰੀਆਂ ਦੇ ਪ੍ਰਸੰਗ ਸੁਣੇ, ਉਹ ਵੀ ਪਾਪੀ ਹੈ। ਵਿਆਹ ਦਾਮ ਦੈ ਖਰ ਵੀਰਜ ਲੈ, ਬੈਲ ਨਿਪੁੰਸਕ ਪੰਗ। ਪੈਸੇ ਦੇ ਕੇ ਇਸਤਰੀ ਖਰੀਦ ਕੇ ਉਹਦੇ ਨਾਲ ਵਿਆਹ ਕਰੇ। ਐਸਾ ਵੀ ਹੋਇਆ ਦੇਸ਼ ਦੇ ਵਿੱਚ ਕਿ ਔਰਤਾਂ ਨੂੰ ਖਰੀਦ ਕੇ ਲਿਆ ਕੇ ਉਹਦੇ ਨਾਲ ਸ਼ਾਦੀ, ਇਹ ਵੀ ਵੱਡਾ ਪਾਪ ਹੈ। ਫਿਰ ਖਰ ਦਾ ਮਤਲਬ ਹੁੰਦਾ ਖੱਚਰ ਦਾ ਭਾਵ, ਖੱਚਰ ਉਤਪਤ ਕਰਨ ਵਾਸਤੇ ਜਿਹੜਾ ਤਰੀਕਾ ਵਰਤਿਆ ਜਾਂਦਾ, ਖੱਚਰ ਨੂੰ ਪੈਦਾ ਕਰਨ ਵਾਸਤੇ। ਘੋੜੀ ਤੇ ਗਧੇ ਦੇ ਸੰਗ ਤੋਂ ਖੱਚਰ ਦਾ ਉਤਪਤੀ ਹੁੰਦੀ ਹੈ। ਇਹ ਵੀ ਵੱਡਾ ਪਾਪ ਹੈ, ਜਿਹੜਾ ਖੱਚਰ ਨੂੰ ਪੈਦਾ ਕਰਨੇ ਦਾ ਜਿਹੜਾ ਜੀਵਾਂ ਨੇ ਬਣਾਇਆ ਹੋਇਆ। ਫਿਰ ਇਸੇ ਤਰ੍ਹਾਂ ਬੈਲ ਨੂੰ ਨਿਪੁੰਸਕ ਕਰਨਾ, ਬਲਦਾਂ ਨੂੰ, ਕਿ ਉਹ ਖੇਤਾਂ ਦੇ ਵਿੱਚ ਹਲ ਵਾਹਣ ਬਲੀ ਹੋ ਕੇ, ਇਹ ਵੀ ਪਾਪ ਹੈ। ਤੀਨ ਲਾਦ ਪਰ ਬਸਤਰ ਲੈ, ਉਚਿਤਸ਼ ਭੋਗ ਕੁਲ ਰੀਤ। ਗਊ ਦੇ ਉੱਤੇ ਭਾਰ ਲੱਦ ਕੇ ਲੈ ਕੇ ਜਾਣਾ, ਕਈਆਂ ਦਾ ਸੁਭਾਅ ਹੁੰਦਾ ਗਾਂ ਨੂੰ ਰੇੜੇ ਦੇ ਵਿੱਚ ਜੋ ਲੈਂਦੇ ਸੀ। ਹੁਣ ਗਾਂ ਦੁੱਧ ਦੇਵੇ ਕਿ ਰੇੜਾ ਖਿੱਚੇ, ਇੱਕ ਕੰਮ ਕਰੇਗੀ। ਤੋ ਗਊ ਦੇ ਉੱਤੇ ਭਾਰ ਲੱਦਣ ਦਾ ਵੀ ਪਾਪ ਕਿਹਾ ਹੋਇਆ ਸ਼ਾਸਤਰਾਂ ਦੇ ਵਿੱਚ। ਕਿਸੇ ਬਗਾਨੇ ਦਾ ਬਸਤਰ ਆਪਣੇ ਸਰੀਰ ਤੇ ਉੱਡਣਾ, ਬਗਾਨੇ ਦਾ ਕਿਸੇ ਦਾ ਬਸਤਰ ਆਪਣੇ ਸਰੀਰ ਤੇ ਉੱਡਣਾ, ਉਹਦੇ ਵਿੱਚ ਹੁਣ ਕੀ ਪਾਪ ਹੈ ਕਿ ਸਾਡੇ ਸਰੀਰ ਦੇ ਉੱਤੇ ਜਿਹੜੇ ਅਸੀਂ ਬਸਤਰ ਪਹਿਨਦੇ ਹਾਂ, ਸਾਡੇ ਸਰੀਰਾਂ ਦੇ ਭਾਵਾਂ ਮੁਤਾਬਕ ਜਿਹੜੀਆਂ ਤਰੰਗਾਂ ਉਪਜਦੀਆਂ ਨੇ, ਉਹਦਾ ਅਸਰ ਕੱਪੜਿਆਂ ਤੇ ਵੀ ਹੁੰਦਾ। ਉਹ ਕੱਪੜਾ ਹੁਣ ਮੰਨ ਲਓ ਕਿਸੇ ਦੇ ਸਰੀਰ ਦਾ ਮੈਂ ਸਰੀਰ ਤੇ ਪਾ ਲਵਾਂ, ਇੱਕ ਤਾਂ ਉਹ ਤਰੰਗਾਂ ਮੇਰੇ ਸਰੀਰ ਦੇ ਨਾਲ, ਪਤਾ ਨਹੀਂ ਉਹਦਾ ਕਿੱਦੀਆਂ ਦੀ ਤਰੰਗਾਂ, ਕੀ ਉਹਦੀਆਂ ਬਿਰਤੀਆਂ ਨੇ, ਉਹ ਤਨ ਦੇ ਉੱਤੇ ਨੁਕਸਾਨ ਦਾ। ਦੂਜਾ, ਉਹਨੂੰ ਕੋਈ ਚਮੜੀ ਦਾ ਰੋਗ ਲੱਗਾ ਹੋਵੇ,
ਖੁਰਕ ਪਈ ਹੋਵੇ, ਉਹਦਾ ਕੱਪੜਾ ਆਪਣੇ ਤੇ ਲੈਣਾ ਤੇ ਖੁਰਕ ਹੀ ਪੈਣੀ ਹੈ ਨਾ। ਇਸ ਕਰਕੇ ਪਰਾਏ ਵਸਤਰ ਨੂੰ ਵੀ ਸ਼ਾਸਤਰਾਂ ਵਿੱਚ ਵਰਜਿਆ ਹੋਇਆ ਵੀ ਪਰਾਏ ਦਾ ਕੱਪੜਾ ਜਿਹੜਾ ਉਹ ਆਪਣੇ ਤਨ ਤੇ ਨਹੀਂ ਲੈਣਾ। ਉਚਿਸ਼ਟ ਭੋਗ, ਉਚਿਸ਼ਟ ਦਾ ਮਤਲਬ ਹੁੰਦਾ ਜੂਠਾ ਨਹੀਂ ਖਾਣਾ ਕਿਸੇ ਦਾ। ਜੂਠਾ ਕਿੱਦਾਂ ਦਾ, ਉਹਨੂੰ ਕੋਈ ਬਿਮਾਰੀ ਵੀ ਹੋ ਸਕਦੀ ਹੈ ਜੂਠਾ ਨਹੀਂ ਖਾਣਾ। ਸਾਇੰਟੀਫਿਕ ਕਾਰਨ ਤਾਂ ਇਹ ਵੀ ਹੈ, ਅਧਿਆਤਮਿਕ ਤੌਰ ਤੇ ਵੀ ਬਹੁਤ ਕਾਰਨ ਹੁੰਦੇ ਨੇ, ਸੂਖਸ਼ਮ ਬਿਰਤੀ ਵਾਲੇ ਸਮਝ ਲੈਣਗੇ। ਜੂਠਾ ਵੀ ਜਿਹੜਾ ਉਹ ਨਹੀਂ ਖਾਣਾ। ਹਾਂਜੀ। ਜੀਵ ਜੀਵ ਕਾ ਅਪਹਰੇ ਚੁਗਲੀ ਤੋਰੈ ਪ੍ਰੀਤ। ਕੁੱਲ ਰੀਤੀਆਂ ਕਰਨੀਆਂ ਭਾਵੇਂ ਗੁਰਮਤ ਨਹੀਂ ਕਹਿੰਦੀ ਕਰੋ, ਪਰ ਕਈ ਕਰਦੇ ਆ। ਕੁੱਲ ਰੀਤ ਕਰਨੀ ਜਿਹਦੇ ਨਾਲ ਗੁਰਮਤ ਦਾ ਵਿਰੋਧ ਹੋਵੇ ਉਹਦਾ ਵੀ ਪਾਪ ਹੈ, ਉਹ ਨਹੀਂ ਕਰਨੀ। ਜੀਵ ਜੀਵ ਕਾ ਅਪਹਰੇ, ਕਿਸੇ ਜੀਵ ਨੂੰ ਮਾਰ ਕੇ ਆਪਣੀ ਜੀਵਕਾ ਚਲਾਵੇ, ਕਹਿੰਦੇ ਇਹਦੇ ਵਿੱਚ ਵੀ ਪਾਪ ਹੈ। ਚੁਗਲੀ ਤੋਰੈ ਪ੍ਰੀਤ, ਤੇ ਫਿਰ ਬੜੇ ਪ੍ਰੇਮ ਨਾਲ ਚੁਗਲੀ ਕਰੇ ਤੇ ਚੁਗਲੀ ਕਰਕੇ ਅਗਲੇ ਦਾ ਬਣਦਾ ਕੰਮ ਤੋੜ ਦੇਵੇ, ਵਿਗਾੜ ਦੇਵੇ, ਇਹ ਵੀ ਪਾਪ ਹੈ। ਧਿਕ ਜੀਵਨ ਇਹ ਪਾਪ ਹੈ, ਸੁਰਗ ਨ ਲਹਿ ਕਿਹ ਕਾਲ। ਕਹਿੰਦੇ ਜਿਹੜੇ ਇਹੋ ਜਿਹੇ ਪਾਪ ਕਰਦੇ ਨੇ, ਉੱਪਰ ਜਿੰਨੇ ਗਿਣੇ ਨੇ ਨਾ, ਕਹਿੰਦੇ ਉਹਨਾਂ ਦਾ ਜੀਵਨਾ ਤਰਕਾਰ ਹੈ, ਉਹਨਾਂ ਦੇ ਜੀਵਨ ਤੇ ਤਰਕਾਰ ਹੈ ਜਿਹੜੇ ਇਹੋ ਜਿਹਾ ਕੰਮ ਕਰਦੇ ਜਿਹੜੇ ਉੱਪਰ ਦੱਸੇ ਨੇ। ਸੁਰਗ ਨਾ ਲੈ ਕੇ ਕਾਲ, ਉਹਨਾਂ ਨੂੰ ਕਦੇ ਸਵਰਗ ਨਹੀਂ ਮਿਲ ਸਕਦਾ, ਉਹ ਕਦੇ ਬੈਕੁੰਠ ਦੇ ਵਾਸੀ ਨਹੀਂ ਹੋ ਸਕਦੇ। ਸਿਦਕ ਛੋਰ ਗੁਰ ਬਚਨ ਹੱਥ, ਦੋਖ ਅਣਗਣੇ ਭਾਲ। ਜਿਹੜੇ ਗੁਰੂ ਦਾ ਸਿਦਕ ਛੱਡ ਕੇ, ਗੁਰੂ ਦੇ ਬਚਨਾਂ ਦਾ ਤਿਆਗ ਕਰਕੇ ਅਣਗਿਣਤ ਦੋਸ਼ਾਂ ਦੇ ਵਿੱਚ ਜਾ ਕੇ ਆਪਣੀ ਪ੍ਰਵਿਰਤੀ ਕਰਦੇ ਨੇ, ਮੱਥੇ ਤੇ ਅਣਗਿਣਤ ਦੋਖ ਉਹਨਾਂ ਦੇ ਮਿਲਿੰਦੇ ਹਨ। ਯਾਨੀ ਕਿ ਉਹ ਸਭ ਤੋਂ ਵੱਡਾ ਦੋਸ਼ੀ ਹੈ ਜਿਹੜਾ ਗੁਰੂ ਦਾ ਭਰੋਸਾ ਤੇ ਗੁਰੂ ਦਾ ਬਚਨ ਛੱਡ ਦੇਵੇ। 10 ਕਰਮਨ ਕੇ ਸਾਲਸੀ, ਕਾਇਆ ਮਨ ਅਰ ਬਾਚ। ਕਹਿੰਦੇ ਜਿੰਨੇ ਉੱਪਰਲੇ ਕਰਮ ਦੱਸੇ ਨੇ, ਵੇਖੋ ਕਿੰਨੇ ਵਧੀਆ ਬਚਨ ਨੇ ਸਾਰੇ, ਕਿ ਨੀਚ ਦਾ ਸੰਗ ਨਹੀਂ ਕਰਨਾ। ਸ਼ਾਸਤਰਾਂ ਦੇ ਵਿੱਚ ਜੋ ਅਖਾਜ ਕਿਹਾ, ਕਿਉਂਕਿ ਇਹ ਜਿਹੜਾ ਤੰਬਾਕੂ ਅਖਾਜ ਇਹ ਖਾਣ ਯੋਗ ਨਹੀਂ, ਫਿਰ ਸ਼ਰਾਬ ਪੀਣ ਯੋਗ ਨਹੀਂ, ਨਿੰਦਾ ਨੀਚਣੀ ਕਹੀ ਹੈ, ਕੁਸੰਗੀ ਦਾ ਸੰਗ ਮਾੜਾ ਕਿਹਾ ਹੈ। ਇਸੇ ਤਰ੍ਹਾਂ ਸੰਨਿਆਸੀ ਦਾ ਘੋੜੇ ਤੇ ਚੜ੍ਹਨਾ ਪਾਪ ਕਿਹਾ ਹੈ, ਪਰ ਇਸਤਰੀਗਾਮੀ ਹੋਣਾ, ਪਰ ਪੁਰਖਗਾਮੀ ਹੋਣਾ ਪਾਪ ਹੈ। ਇਹ ਸ਼ਾਸਤਰਾਂ ਵਿੱਚ, ਧਰਮ ਗ੍ਰੰਥਾਂ ਵਿੱਚ ਇਹਨਾਂ ਸਾਰੇ ਪਾਪਾਂ ਦਾ ਜ਼ਿਕਰ ਹੈ। ਜਿਹੜਾ ਇਹਨਾਂ ਪਾਪਾਂ ਵਿੱਚ ਪ੍ਰਵਿਰਤ ਹੁੰਦਾ ਹੈ, ਪਾਤਸ਼ਾਹ ਕਹਿੰਦੇ ਉਹ ਕਦੇ ਬੈਕੁੰਠ ਨਹੀਂ ਜਾ ਸਕਦਾ। ਗੁਰਦੇਵ ਨੇ ਰਹਿਤ ਮਰਿਆਦਾ ਦੇ ਦੌਰਾਨ ਸਾਨੂੰ ਸਾਰੇ ਸ਼ੁਭ ਕਰਮ ਦ੍ਰਿੜ ਕਰਾਏ ਨੇ। ਜਦੋਂ 4 ਬੱਜਰ ਕੁਰੈਤਾਂ ਕਹੀਆਂ ਤੇ ਉਹਨਾਂ ਵਿੱਚ ਜਗਤ ਝੂਠ ਦੀ ਵਰਤੋਂ ਇਹ ਨਹੀਂ ਕਰਨੀ, ਪਰ ਇਸਤਰੀਗਾਮੀ ਨਹੀਂ ਹੋਣਾ, ਕੇਸ ਕਤਲ ਨਹੀਂ ਕਰਾਉਣੇ, ਔਰ ਕੁੱਠਾ ਨਹੀਂ ਖਾਣਾ। ਇਹ 4 ਬੱਜਰ ਕੁਰੈਤਾਂ ਨੇ। ਬਾਕੀ ਛੋਟੀ ਮੋਟੀ ਕਿਤੇ ਢਿੱਲ ਮੱਠ ਆ ਜਾਵੇ ਉਹ ਤਾਂ ਭਾਈ ਅਰਦਾਸ ਕਰਕੇ ਬਖਸ਼ਿਆ ਜਾਂਦਾ, ਪਰ ਜੇ ਇਹਨਾਂ 4 ਚੋਂ ਕਿਸੇ ਨੂੰ ਇੱਕ ਵੀ ਬੱਜਰ ਕੁਰੈਤ ਕਿਸੇ ਕੋਲੋਂ ਹੋ ਗਈ, ਉਹਨੂੰ ਫਿਰ ਅੰਮ੍ਰਿਤ ਹੀ ਦੁਬਾਰਾ ਛਕਣਾ ਪੈਂਦਾ। ਹੁਣ ਉਹ ਭਾਂਡੇ ਨੂੰ ਟਾਂਕਾ ਲੱਗ ਗਿਆ, ਭਾਂਡਾ ਕੰਮ ਤਾਂ ਆ ਜਾਂਦਾ ਉਹ, ਪਰ ਉਹ ਟਾਂਕਾ ਉਹਦੇ ਤੇ ਲੱਗਾ ਰਹਿੰਦਾ, ਉਹ ਵੱਖਰਾ ਦਿਸਦਾ। ਜਿਹੜਾ ਬੱਜਰ ਕੁਰੈਤੀ ਆ, ਭਾਵੇਂ ਉਹ ਅੰਮ੍ਰਿਤ ਵੀ ਛਕ ਲਵੇ ਦੁਬਾਰਾ, ਉਹਨੂੰ ਤਾ ਜ਼ਿੰਦਗੀ ਜਿੰਨਾ ਚਿਰ ਉਹ ਇਹ ਸਰੀਰ 'ਚ ਰਹੇਗਾ, 5 ਪਿਆਰਿਆਂ ਵਿੱਚ ਲੱਗਣ ਦੀ ਆਗਿਆ ਨਹੀਂ ਆ ਉਸ ਨੂੰ। ਉਹ ਸਿੰਘਾਂ ਵਿੱਚ ਤਾਂ ਰਹਿ ਸਕਦਾ ਸੰਗਤ ਵਿੱਚ, ਪਰ 5 ਵਿੱਚ ਉਹਦੀ ਸੇਵਾ ਨਹੀਂ ਲੱਗ ਸਕਦੀ। 5 ਪਿਆਰਿਆਂ ਦੇ ਵਿੱਚ, 5 ਸਿੰਘਾਂ ਵਿੱਚ ਜਦੋਂ ਬਾਟੇ ਤੇ 5 ਜਾਂ ਬਹਿਣੇ ਜਾਂ 5 ਨਿਸ਼ਾਨਚੀ ਹੁੰਦੇ ਆ, ਜਾਂ 5 ਪਿਆਰੇ ਸਹਿਬਾਨ ਆਪਾਂ ਨਗਰ ਕੀਰਤਨਾਂ ਵਿੱਚ, ਉਹਨਾਂ ਵਿੱਚ ਉਹ ਸੇਵਾ ਨਹੀਂ ਕਰ ਸਕਦਾ ਜਿਹੜਾ ਬੱਜਰ ਕੁਰੈਤੀ ਹੈ। ਹਾਂ, ਭਾਂਡਾ ਕੰਮ ਤਾਂ ਆ ਜਾਏਗਾ, ਟਾਂਕਾ ਲੱਗਾ ਹੋਇਆ ਉਹ ਹੁਣ ਰੋਲ ਮਾਡਲ ਨਹੀਂ ਬਣ ਸਕਦਾ ਦੂਜਿਆਂ ਲਈ। 5 ਪਿਆਰੇ ਰੋਲ ਮਾਡਲ ਨੇ, ਉਹ ਬੱਜਰ ਕੁਰੈਤੀਆ ਕਿਵੇਂ ਰੋਲ ਮਾਡਲ ਬਣੇਗਾ ਭਾਈ? ਇਸ ਕਰਕੇ ਹਾਂ, ਉਹ ਬਖਸ਼ਿਆ ਜਾ ਸਕਦਾ ਜੇ ਕਿਸੇ ਕੋਲ ਬੱਜਰ ਕੁਰੈਤ ਹੋ ਗਈ, ਉਹ ਪੰਥ ਦੀ ਸ਼ਰਨ ਆ ਜੇ, 5 ਅੱਗੇ ਹੱਥ ਜੋੜ ਕੇ ਮਾਫੀ ਮੰਗ ਲਵੇ, ਉਹਨੂੰ ਦੰਡ ਲਾਇਆ ਜੇ, ਸੰਗਲ ਲਾਇਆ ਜੇ ਉਹਨੂੰ ਚੰਗੀ ਤਰ੍ਹਾਂ। ਪੁਰਾਣੇ ਸਮੇਂ ਵਿੱਚ ਸੰਗਲ ਲਾਇਆ ਜਾਂਦਾ ਸੀ, ਬੁੱਢੇ ਦਲ 'ਚ ਸੰਗਲ ਲਾਇਆ ਜਾਂਦਾ ਸੀ।
ਕਿਸੇ ਬੱਜਰ ਕੁਰੈਤੀ ਨੂੰ ਸੰਗਲ ਲਾ ਕੇ ਬੰਨ੍ਹ ਲੈਣਾ, ਫਿਰ ਉਹਨੂੰ ਸੰਗਲ ਲਾ ਕੇ ਚੰਗੀ ਤਰ੍ਹਾਂ ਬੇਪੱਤ ਕਰਕੇ ਉਹਨੂੰ ਦੰਡ ਲਾ ਕੇ ਫਿਰ ਉਹਨੂੰ ਅਮਰ ਛਕਾਉਣਾ ਤੇ ਉਹਨੂੰ ਫਿਰ ਤਨਖਾਹ ਲਾਉਣੀ, ਨਿਤਨੇਮ ਕਰਨ ਦੀ, ਬਾਣੀ ਪੜ੍ਹਨ ਦੀ, ਸੇਵਾ ਦੀ, ਭਾਂਡੇ ਮਾਂਜਣ ਦੀ, ਬਾਟੇ ਮਾਂਜਣ ਦੀ, ਝਾੜੂ ਵੀ ਇਹਦਾ ਅੰਤਸ਼ਕਰਨ ਸ਼ੁੱਧ ਹੋਵੇ, ਜਿਹੜਾ ਇਹਨੇ ਪਾਪ ਕੀਤਾ ਉਹਦੀ ਸੁਧਾਈ ਹੋਵੇ, ਇਹਦੀ ਸੇਵਾ ਤਾਂ ਲਾਈ ਜਾਂਦੀ ਹੈ, ਉਹ ਤਨਖਾਹ ਲਾਈ ਜਾਂਦੀ ਹੈ। ਤੋ ਇਸ ਪ੍ਰਕਾਰ ਨਾਲ ਇਹ ਮਹਾਰਾਜ ਜੀ ਦੇ ਪਾਵਨ ਬਚਨ, ਖਾਲਸੇ ਦਾ ਸੋਧ ਸੁਧਈਆ ਜਿਹੜਾ ਨਾ ਉਹ ਸਤਿਗੁਰੂ ਨਾਲ ਨਾਲ ਕਰਦੇ ਰਹਿੰਦੇ ਕਲਗੀਧਰ ਜੀ। ਜਦੋਂ ਦੀਵਾਨ ਵਿੱਚ ਬਚਨ ਵਿਲਾਸ ਹੁੰਦੇ, ਮਹਾਰਾਜ ਆਪਣੇ ਜਿਵੇਂ ਕਿਸੇ ਬੱਚੇ ਨੂੰ ਨਹੀਂ ਨਾ ਪਿਓ ਸਮਝਾਉਂਦਾ ਰਹਿੰਦਾ, ਬੇਟਾ ਆਹ ਕੰਮ ਏਦਾਂ ਨਹੀਂ ਕਰੀਦਾ, ਏਦਾਂ ਹੁੰਦਾ, ਏਦਾਂ ਕਰਕੇ ਆਹ ਪਾਪ ਹੁੰਦਾ, ਏਦਾਂ ਕਰਕੇ ਆਹ ਨੁਕਸਾਨ ਹੁੰਦਾ। ਮਹਾਰਾਜ ਜੀ ਆਪਣੇ ਖਾਲਸੇ ਨੂੰ, ਕਿਉਂਕਿ ਹਾਲੇ ਪੁੱਤਰ ਬਾਲ ਰੂਪ ਵਿੱਚ ਹੈ ਖਾਲਸਾ, ਪਰਖ ਕਦੋਂ ਕੀਤੀ ਖਾਲਸੇ ਦੀ ਵੀ ਜਵਾਨ ਹੋ ਗਿਆ ਕਿ ਨਹੀਂ ਹੋਇਆ? ਜਦੋਂ ਨਰੈਣੇ ਗਏ ਦਾਦੂ ਦੀਨ ਦਿਆਲ ਦੇ ਦਿਓਰੇ, ਉੱਥੇ ਦਾਦੂ ਜੀ ਦੇ ਉਹ ਤੀਰ ਦੀ ਮੁਖੀ ਨਾਲ ਹੀ ਇਦਾਂ ਹੀ ਕੀਤਾ ਤੇ ਸਿੰਘਾਂ ਨੇ ਆਖਿਆ, ਮਹਾਰਾਜ ਤੁਸੀਂ ਸਾਨੂੰ ਕਹਿੰਦੇ ਹੋ ਵੀ ਕਿਸੇ ਪੀਰ ਨੂੰ, ਕਿਸੇ ਕਬਰ ਨੂੰ ਮੱਥਾ ਨਹੀਂ ਟੇਕਣਾ, ਤੇ ਇੱਥੇ ਆਪ ਜੀ ਨੇ ਤੀਰ। ਮਹਾਰਾਜ ਜੀ ਕਹਿੰਦੇ ਮੈਂ ਪਰਖ ਹੀ ਕਰਦਾ ਸੀ ਵੀ ਮੇਰਾ ਪੁੱਤਰ ਜਵਾਨ ਹੋ ਗਿਆ ਤੇ ਮੈਂ ਹੁਣ ਖੁਸ਼ ਹਾਂ ਵੀ ਮੇਰਾ ਪੁੱਤਰ ਜਵਾਨ ਹੋ ਗਿਆ। ਖਾਲਸਾ ਲਾਓ ਤਨਖਾਹ ਜਿਹੜੀ ਲਾਉਣੀ ਹੈ। ਇੱਕ ਬੋਲਿਆ, ਮਹਾਰਾਜ 2.5 ਲੱਖ ਰੁਪਈਆ ਲਾਵਾਂਗੇ ਤਨਖਾਹ। ਦੂਜਾ ਸਿੰਘ ਕਹਿਣ ਲੱਗਾ, ਭਾਈ ਦਇਆ ਸਿੰਘ ਹੋਣੀ ਕਹਿੰਦੇ, ਵੇਖ ਲਓ ਜੇ ਕੱਲ ਨੂੰ ਤੁਹਾਡੇ ਵਿੱਚੋਂ ਕੋਈ ਕਾਬੂ ਆ ਗਿਆ, ਗੁਰੂ ਸਾਹਿਬ ਨੇ ਤਾਂ ਦੇ ਦੇਣਾ 2.5 ਲੱਖ, ਤੁਸੀਂ ਦੇ ਲੋਗੇ? ਹੁਣ ਆਪਣੇ ਹਿਸਾਬ ਕਿਤਾਬ ਨਾਲ, ਕਿਉਂਕਿ ਕੱਲ ਨੂੰ ਤੁਹਾਡੇ ਕੋਲ ਵੀ ਕਿਸੇ ਕੋਲ ਢਿੱਲ ਮੱਠ ਹੋ ਸਕਦੀ ਹੈ। ਉਹ ਕਹਿੰਦੇ ਮਹਾਰਾਜ, ਫਿਰ ਦੂਜਾ ਕਹਿੰਦਾ 1.25 ਲੱਖ, ਕਹਿੰਦੇ 1.25 ਲੱਖ ਦੇ ਸਕਦੇ ਆਪਾਂ। ਹੌਲੇ ਹੌਲੇ ਕਰਕੇ ਕਹਿੰਦੇ ਮਹਾਰਾਜ ਚਲੋ 500 ਰੁਪਈਆ ਆਪ ਜੀ ਕੜਾਹ ਪ੍ਰਸ਼ਾਦ ਦੀ ਦੇਗ। ਮਹਾਰਾਜ ਕਹਿੰਦੇ ਚਲੋ ਅਸੀਂ 5000 ਦੀ ਦੇਗ ਲੈ, ਉਹ ਦੇ ਦਿੱਤੇ। ਤੋ ਇਸ ਤਰ੍ਹਾਂ ਤਨਖਾਹ ਲਾਈ ਜਾਂਦੀ ਹੈ। ਹੁਣ ਵੀ ਉਹ ਕੁਝ ਤਨਖਾਹ, ਹੁਣ ਵੀ ਜਦੋਂ ਕੋਈ ਕੁਰੈਤੀਆ ਆਉਂਦਾ ਪੰਥ ਦੀ ਸ਼ਰਨ 'ਚ ਤੇ ਉਹਨੂੰ ਦੇਗ ਦੀ ਜਾਂ ਕੋਈ ਕੜਾਹ ਪ੍ਰਸ਼ਾਦ ਦੀ ਦੇਗ ਦੀ, ਭਾਈ ਇੰਨੇ ਦੀ ਰਸੀਦ ਕਟਾਉਣੀ ਹੈ ਜਾਂ ਇੰਨੇ ਰੁਪਈਆਂ ਦੀ ਤੂੰ ਦੇਗ ਦੇਣੀ ਹੈ। 5 ਪਿਆਰਿਆਂ ਕੋਲ ਕਈ ਵਾਰੀ ਦੁਬਾਰਾ ਅੰਮ੍ਰਿਤ ਛਕਣ ਆਉਂਦੇ, ਉਹਨਾਂ ਨੂੰ 5 ਪਿਆਰੇ ਇੱਦਾਂ ਨਸੀਹਤ ਲਾਉਂਦੇ। ਤੋ ਇਹ ਮਰਿਆਦਾ ਹੈ ਜਿਹੜੀ ਕਲਗੀਧਰ ਸਵਾਮੀ ਜੀ ਚਲਾ ਰਹੇ ਨੇ। ਅੱਗੇ ਮਹਾਰਾਜ ਜੀ 10 ਕਰਮਨ ਕੇ ਸਾਲ ਸੀ ਕਾਇਆ ਮਨ ਅਰਬਾਚ। 10 ਕਰਮ ਜਿਹੜੇ ਨੇ ਉਹ ਦੱਸ ਰਹੇ ਨੇ, ਜਿਹੜੇ ਕਾਇਆ ਕਰਕੇ, ਮਨ ਕਰਕੇ ਤੇ ਬਚਨ ਕਰਕੇ ਹੁੰਦੇ ਆ। ਮਨ ਬਚ ਕਰਮ ਕਰਕੇ, ਉਹ ਹੁਣ ਅੱਗੇ ਆਪਾਂ ਵਿਚਾਰਾਂਗੇ। ਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨਾਂ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਗਨਾਸੀ ਅਗਨਾਸ, ਹੇ ਪੁਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾਗੈ ਸਦਾ ਵਿਵੇਕ, ਹੇ ਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ, ਹੈ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋ
ਹੋਏ। ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ। ਗੁਰ ਪਾਰ ਉਤਾਰਨ ਹਾਰ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ। ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।